ਓਵਰ ਟੂ ਚਰਨਜੀਤ ਵੀਰ ਜੀ। ਤੇ ਤੁਸੀਂ ਹੁਣ ਉਹ ਗੁਰੂ ਨਾਨਕ ਦੀ ਜਿਹੜੀ ਉਸਤਤ ਵਡਿਆਈ, ਅੱਜ ਦਾ ਜਿਹੜਾ ਤੁਹਾਡਾ ਉਦੇਸ਼ ਹੈ ਪਰਪਸ ਆਫ ਲਾਈਫ, ਦੈਟਸ ਦ ਗ੍ਰੇਟੈਸਟ ਥਿੰਗ। ਔਰ ਉਸ ਪਰਪਸ ਨੂੰ ਦੇਖਦੇ ਹੋਇਆ ਮਤਲਬ ਅੱਜ ਮੈਂ ਕਾਫੀ ਗਹਿਰਾਈ ਵਿੱਚ ਤੁਹਾਡੀ ਇਸ ਚੀਜ਼ ਨੂੰ ਦੇਖ ਲਿਆ ਸੀ ਕਿ ਸ਼ੁੱਡ ਲਾਈਫ what is the life purpose and what is Guru Nanak's mission of humanity. So that is the very thing ਜੋ ਗੁਰੂ ਨਾਨਕ ਨੇ ਪ੍ਰਚਾਰਿਆ ਹੈਗਾ, ਉਹਦੇ 'ਚ ਅੱਜ ਆਓ ਅਸੀਂ ਸਾਂਝ ਕਰੀਏ। ਸਾਡੇ ਵਿੱਚ ਮਤਲਬ ਮੈਂ ਕਹਾਂਗਾ ਇੱਕ ਰਿਸਰਚਰ, ਇੱਕ ਸ਼ੇਅਰਰ, ਇੱਕ ਜਿਨ੍ਹਾਂ ਨੇ ਕਾਫੀ ਰਿਸਰਚ ਕਰਕੇ ਇੱਕ ਚੀਜ਼ ਨੂੰ ਸਾਇੰਟੀਫਿਕਲੀ ਐਨਾਲਾਈਜ਼ ਕਰਕੇ ਸਾਡੇ ਅੱਗੇ ਪੇਸ਼ ਕਰ ਰਹੇ ਹਨ, ਤਾਂ ਕਿ ਸਾਡਾ ਮਿਥ ਔਰ ਜਿਹਨੂੰ ਕਹਿੰਦੇ ਬਲਾਈਂਡ ਫੇਥ ਤੋਂ ਨਿਕਲ ਕੇ ਅਸੀਂ ਅੰਡਰਸਟੈਂਡਿੰਗ ਦੇ ਨਾਲ ਉਸ ਗੁਰੂ ਨਾਨਕ ਦੇ ਨਾਲ ਲੱਗ ਸਕੀਏ, ਤਾਂ ਕਿ ਅਸੀਂ ਉਸ ਰੁਮਾਲੇ ਨੂੰ ਖੋਲ ਕੇ ਗੁਰੂ ਦੇ ਦਰਸ਼ਨ ਕਰੀਏ। Over to you, ਵੀਰ ਸੋਰਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਹੀ ਧੰਨਵਾਦੀ ਹਾਂ ਚਰਨਜੀਤ ਵੀਰ ਜੀ ਦਾ, ਜਿਨ੍ਹਾਂ ਨੇ ਕਿ ਕਰਤਾਰਪੁਰ ਕੋਰੀਡੋਰ ਹੈ ਉਹਦੇ ਪ੍ਰੋਜੈਕਟ ਬਾਰੇ, ਜੋ ਪ੍ਰੋਜੈਕਟ ਕੀ ਵੀਰ ਜੀ ਨੇ ਆਪ ਕੀਤਾ ਹੈ, ਉਹਦੇ ਬਾਰੇ ਕੋਈ ਡਿਟੇਲਸ ਦਿੱਤੀਆਂ। ਔਰ ਅਸੀਂ ਚਾਹਾਂਗੇ ਕਿ ਅਗਰ ਉਹ ਕਿਤੇ ਕੋਈ ਰਾਈਟ ਅਪ ਦੀ ਫਾਰਮ ਵਿੱਚ ਸਾਨੂੰ ਦੇ ਸਕਣ, ਜਿਹੜਾ ਅਸੀਂ ਅੱਗੇ ਫਾਰਵਰਡ ਕਰ ਸਕੀਏ। ਇਟਸ ਅ ਟ੍ਰੈਜਰ ਫॉर ਆਲ ਆਫ ਅਸ। ਤੇ ਇਹਦੇ ਨਾਲ ਹੀ ਅਸੀਂ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਤੇ ਮੈਂ ਰਿਕੁਐਸਟ ਕਰਾਂਗਾ ਕਿ ਮੈਨੂੰ ਸ਼ੇਅਰਿੰਗ ਦੇ ਰਾਈਟ ਦੇ ਦੇਣ ਵੀਰ ਜੀ। ਹਾਂਜੀ ਵੀਰ ਜੀ, ਮੈਂ ਦੇਤੇ ਹੈ, ਤੁਸੀਂ ਇੱਕ ਵਾਰ ਚੈੱਕ ਕਰੋ। ਠੀਕ ਹੈ ਜੀ, ਠੀਕ ਹੈ, ਹਾਂਜੀ ਠੀਕ ਹੈ ਜੀ। ਸੋ ਜੋ ਸਾਡਾ ਅੱਜ ਦਾ ਟੌਪਿਕ ਹੈ ਉਹਦੀ ਇੱਕ ਆਪਣੀ ਬੜੀ ਅਹਿਮੀਅਤ ਹੈ। ਅਵਤਰ ਆਏ ਕਹਾ ਤੁਮ ਕੀਨਾ। ਤੇ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਤੁਸੀਂ ਤੇ ਜੋ ਮਨੁੱਖਾ ਜਨਮ ਹੈ ਇੱਕ ਤਰ੍ਹਾਂ ਦਾ ਅਵਤਾਰ ਹੈ। ਇਹ ਕੋਈ ਆਰਡੀਨਰੀ ਹੈਪਨਿੰਗ ਨਹੀਂ ਹੈ। ਇਟਸ ਨਾਟ ਸਮਥਿੰਗ ਵਿਚ ਹੈਪਨਸ ਵਿਦ ਆਲ ਅਦਰ ਕ੍ਰੀਚਰਸ ਔਨ ਦਾ ਅਰਥ। ਸੋ ਜੋ ਮਨੁੱਖ ਜਨਮ ਚ ਆਏ ਹੋ ਤਾਂ ਇੱਕ ਤਰ੍ਹਾਂ ਦਾ ਅਵਤਾਰ ਹੀ ਲੈ ਕੇ ਆਏ ਹੋ। ਵਟ ਹੈਵ ਯੂ ਡਨ ਆਫਟਰ ਟੇਕਿੰਗ ਬਰਥ ਐਜ਼ ਏ ਨੋਬਲ ਸੋਲ, ਉਹ ਅਸੀਂ ਟੌਪਿਕ ਦਾ ਨਾਂ ਰੱਖਿਆ। ਬੇਸਿਕਲੀ ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਇਜ਼ ਲਾਈਫ ਦੇਅਰ ਵਿਦ ਏ ਪਰਪਸ, ਕਿ ਜ਼ਿੰਦਗੀ ਦਾ ਕੋਈ ਮਕਸਦ ਹੈ। ਉਹ ਮਕਸਦ ਹੈ ਤੇ ਉਹ ਮਕਸਦ ਕੀ ਹੈ। ਤੇ ਇਸ ਕਰਕੇ ਵੀ ਇਹ ਜਾਣਨਾ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਮਕਸਦ ਨੂੰ ਨਹੀਂ ਸਮਝਾਂਗੇ ਤੇ ਸਾਡਾ ਪਹਿਲਾ ਸਟੈਪ ਵੀ ਗਲਤ ਡਾਇਰੈਕਸ਼ਨ 'ਚ ਜਾ ਸਕਦਾ ਹੈ। ਔਰ ਇੱਕ ਵਾਰ ਅਸੀਂ ਅਗਰ ਗਲਤ ਡਾਇਰੈਕਸ਼ਨ ਵਿੱਚ ਚੱਲਣਾ ਸ਼ੁਰੂ ਹੋ ਜਾਈਏ, ਅਸੀਂ ਕਿੱਥੇ ਪਹੁੰਚਾਂਗੇ ਅਸੀਂ ਨਹੀਂ ਕਹਿ ਸਕਦੇ। ਫਿਰ ਉਹ ਉੱਥੋਂ ਦੀ ਉਤਨਾ ਮੁੜ ਕੇ ਆਉਣਾ ਗਲਤ ਡਾਇਰੈਕਸ਼ਨ ਤੋਂ ਥੋੜਾ ਡਿਫਿਕਲਟ ਵੀ ਹੋ ਜਾਂਦਾ ਹੈ। ਸੋ ਇਹ ਟੌਪਿਕ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ 'ਚ ਕਿ ਅਸੀਂ ਪਹਿਲੇ 2 ਮੋਡਿਊਲ 'ਚ ਜੋ ਲਿਆ ਸੀ, ਇੱਕ ਸੀ ਹਾਊ ਰੇਅਰ ਇਜ਼ ਬੀਇੰਗ ਹਿਊਮਨ, ਕਿ ਮਨੁੱਖ ਹੋਣਾ ਹੀ ਕਿਤਨਾ ਆਪਣੇ ਆਪ 'ਚ ਰੇਅਰ ਹੈ। ਜੋ ਅਸੀਂ ਸਾਇੰਟੀਫਿਕ ਪ੍ਰਿੰਸੀਪਲਸ ਲਏ ਔਰ ਜੋ ਗੁਰੂ ਬਾਣੀ ਸਾਨੂੰ ਸੇਧ ਦਿੰਦੀ ਹੈ, ਉਹਨਾਂ ਨੂੰ ਕੰਬਾਈਨ ਕਰਕੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਤਾਂ ਸਾਡਾ ਜੋ ਸੈਕਿੰਡ ਟੌਪਿਕ ਸੀ, ਇਜ਼ ਦੇਅਰ ਏ ਗॉड, ਕਿ ਪਰਮਾਤਮਾ ਹੈ ਕਿ ਨਹੀਂ। ਇਹਦੇ ਨਾਲ ਨਾਲ ਅਸੀਂ ਇਹਦੇ ਨਾਲ ਫੇਥ ਐਂਡ ਫਿਲਾਸਫੀ ਦੇ ਨਾਲ ਰਿਲੇਟਿਡ ਕੁਐਸਚਨ ਲਏ। ਤੇ ਹੁਣ ਜੋ ਹੈ ਅਸੀਂ ਕੋਸ਼ਿਸ਼ ਕਰਾਂਗੇ ਮੋਡਿਊਲ 3 ਅੱਜ ਹੀ ਕੰਪਲੀਟ ਕਰ ਦਈਏ। ਸੋ ਇਜ਼ ਲਾਈਫ ਦੇਅਰ ਵਿਦ ਏ ਪਰਪਸ, ਦੈਟ ਇਜ਼ ਦ ਟੌਪਿਕ ਆਫ ਟੁਡੇ। ਤੇ ਜਿਹਦੇ ਵਿਚਕਾਰ ਅਸੀਂ ਜੋ ਮਨੁੱਖ ਦੇ ਇੱਕ ਥਾਟਸ ਹੈ, ਜੋ ਐਕਸ਼ਨਸ ਹੈ, ਜੋ ਸਾਡੇ ਵਿਚਾਰ ਹੁੰਦੇ ਨੇ, ਆਵਰ ਨੀਡਸ, ਜੋ ਸਾਡੀਆਂ ਰੋਜ਼ ਦੀਆਂ ਰਿਕੁਆਇਰਮੈਂਟ ਹੈ, ਜੋ ਐਸਪੀਰੇਸ਼ਨ ਹੈ, ਜੋ ਸਾਡੀਆਂ ਡਿਜ਼ਾਇਰਸ ਹੈ, ਇਹ ਸਾਰੀਆਂ ਕਿਤੇ ਨਾ ਕਿਤੇ ਪਰਪਸ ਨਾਲ ਜੁੜ ਜਾਂਦੀਆਂ ਨੇ। ਇਹ ਅਲੱਗ ਨਹੀਂ ਹੈ। ਅਸੀਂ ਜੋ ਵੀ ਸਾਰਾ ਦਿਨ ਕਰਦੇ ਹਾਂ ਉਹਦਾ ਕੋਈ ਪਰਪਸ ਹੈ। ਉਹ ਪਰਪਸ ਔਰ ਜੋ ਜੀਵਨ ਦਾ ਪਰਪਸ ਹੈ, ਇਹਨਾਂ ਨੂੰ ਅਸੀਂ ਕੰਬਾਈਨ ਕਰਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜੋ ਸਾਡੇ ਸਾਰੇ ਦਿਨ ਦੇ ਐਕਸ਼ਨ ਹੈ, ਇਹ ਜੋ ਗੁਰੂ ਨਾਨਕ ਸਾਹਿਬ ਨੇ ਪਰਪਸ ਦਿੱਤਾ ਹੈ, ਉਹਦੇ ਨਾਲ ਉਹਦੀ ਕੋਈ ਲੈਣਾ ਦੇਣਾ ਹੈ ਕਿ ਇਹ ਬਿਲਕੁਲ ਅਲੱਗ ਚੀਜ਼ਾਂ ਨੇ, ਕੋਈ ਉਹਦੀ ਅਲਾਈਨਮੈਂਟ ਹੈ ਕਿ ਨਹੀਂ ਹੈ ਉਹਦੇ ਨਾਲ। ਸੋ ਇਹ ਸਾਡਾ ਇੱਕ ਤਰ੍ਹਾਂ ਦਾ ਆਬਜੈਕਟਿਵ ਹੈ। ਅਸੀਂ ਜਾਣਦੇ ਹਾਂ ਕਿ ਜੋ ਮਨੁੱਖ ਦੀ ਜੋ ਹੋਂਦ ਹੈ, ਦ ਪਰਪਸ ਆਫ ਐਗਜ਼ਿਸਟੈਂਸ ਆਫ ਹਿਊਮਨ ਬੀਇੰਗਸ, ਇਹ ਜੋ ਸਬਜੈਕਟ ਹੈ ਇਹ ਬੜੀ ਸਾਰੀਆਂ ਸੋਸਾਇਟੀਜ਼ ਲਈ, ਸਾਰੇ ਕਲਚਰਸ ਵਿੱਚ ਔਰ ਸਾਰੇ ਫੇਥ ਦੇ ਵਿਚਕਾਰ ਬੜਾ ਇੰਪੋਰਟੈਂਸ ਰੱਖਦਾ ਹੈ। ਸਿਰਫ ਸਾਡੇ ਫੇਥ ਵਿੱਚ ਹੀ ਨਹੀਂ, ਹਰ ਫੇਥ ਨੇ ਮਨੁੱਖ ਦੀ ਐਗਜ਼ਿਸਟੈਂਸ ਨੂੰ ਇੰਪੋਰਟੈਂਸ ਦੇ ਕੇ ਉਹਨੂੰ ਗਹਿਰਾਈ ਵਿੱਚ ਸਮਝਣ ਦੀ, ਜਾਣਨ ਦੀ ਔਰ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਸਾਇੰਸ ਹੈ ਉਹ ਕੀ ਕਰਦੀ ਹੈ ਕਿ ਇਨਸਾਨ ਦੇ ਜੀਵਨ ਥੋੜਾ ਕੰਫਰਟੇਬਲ ਹੋ ਸਕੇ। ਸੋ ਇਨਸਾਨ ਆਪਣੇ ਸਾਇੰਸ ਆਪਣੇ ਤਰੀਕੇ ਨਾਲ ਖੋਜ ਕਰਦੀ ਹੈ। ਸਾਇੰਸ ਇਹ ਦੇਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਨੁੱਖ ਦੇ ਜੀਵਨ ਨੂੰ ਕਿਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਸਿੰਪਲੀਫਾਈ ਕੀਤਾ ਜਾ ਸਕਦਾ, ਤਾਂ ਕਿ ਕਸ਼ਟ ਘੱਟ ਤੋਂ ਘੱਟ ਹੋਣ। ਜਿਹੜੇ
ਸਾਡੇ ਪੋਜ਼ਿਟਿਵ ਸਾਈਕੋਲੋਜੀ ਦੀ ਸਟੱਡੀ ਕਰਦੇ ਨੇ, ਉਹ ਕੁਝ ਐਮਪੀਰੀਕਲ ਫੈਕਟਰਸ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਅਨੁਭਵੀ ਕਾਰਕ ਨੇ, ਜੋ ਐਕਸਪੀਰੀਐਂਸਿਸ ਨੇ ਕਿ ਕਿਸ ਤਰ੍ਹਾਂ ਮਨੁੱਖ ਦਾ ਜੀਵਨ ਦੇ ਵਿਚਕਾਰ ਸੰਤੁਸ਼ਟੀ ਆ ਸਕੇ, ਕਿਤੇ ਮਨੁੱਖ ਸੈਟੀਸਫਾਈਡ ਫੀਲ ਕਰੇ। ਤੇ ਬਹੁਤ ਜ਼ੋਰ ਲਗਾਉਂਦੇ ਆ। ਸਾਨੂੰ ਸਾਰਾ ਦਿਨ ਦੇਖਿਆ WhatsApp ਤੇ ਮੈਸੇजेस ਆਉਂਦੇ ਆ ਜਿਹਦੇ ਲਿਖਿਆ ਹੁੰਦਾ ਹੈ ਇਹ ਕਰੋ, ਇਹ ਧਿਆਨ ਰੱਖੋ, ਚੰਗਾ ਬੋਲੋ, ਜੋ ਵੀ ਹੈ ਉਹ ਬੜੇ ਤਰ੍ਹਾਂ ਦੇ ਸਾਨੂੰ ਸੇਧ ਹਰ ਅਲੱਗ-ਅਲੱਗ ਡਾਇਰੈਕਸ਼ਨ ਤੋਂ ਆ ਰਹੀ ਹੁੰਦੀ ਹੈ ਔਰ ਅਸੀਂ ਕਾਫੀ ਕੁਝ ਚੀਜ਼ਾਂ ਨਾਲ ਐਗਰੀ ਵੀ ਕਰਦੇ ਹਾਂ। ਔਰ ਅਗਰ ਅਸੀਂ ਇਸ ਤੋਂ ਅੱਗੇ ਚੱਲਦੇ ਹਾਂ ਤੇ ਹੁਣ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸਾਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਹਨਾਂ ਉਦੇਸ਼ਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ। ਇਨ ਟੋਟੈਲਿਟੀ ਲੈਟ ਅਸ ਟਰਾਈ ਟੂ ਅੰਡਰਸਟੈਂਡ ਇਹ ਹੋ ਕੀ ਰਿਹਾ। ਤੇ ਜੋ ਸਾਡੇ ਕੋਲ ਅੱਜ 4 ਸਵਾਲ ਅਸੀਂ ਲੈ ਕੇ ਚੱਲ ਰਹੇ ਹਾਂ, ਉਹ 4 ਸਵਾਲ ਬੜੇ ਸਿੰਪਲ ਹੈ ਔਰ ਇੱਕ ਆਰਡਰ ਦੇ ਵਿੱਚ ਹੈ। ਸਭ ਤੋਂ ਪਹਿਲੇ ਤੇ ਕਿ ਜ਼ਿੰਦਗੀ ਦਾ ਕੋਈ ਉਦੇਸ਼ ਹੋਣਾ ਚਾਹੀਦਾ ਹੈ। ਸ਼ੁੱਡ ਲਾਈਫ ਹੈਵ ਅ ਪਰਪਸ, ਉਹ ਸਾਡਾ ਪਹਿਲਾ ਕੁਐਸਚਨ ਹੈ। ਇਫ ਯੈਸ ਦੈਨ ਹੂ ਡਿਫਾਈਨਸ ਦੈਟ ਪਰਪਸ ਫॉर ਮੀ। ਅਗਰ ਉਹ ਪਰਪਸ ਹੋਣਾ ਚਾਹੀਦਾ ਤੇ ਉਹ ਡਿਫਾਈਨ ਕੌਣ ਕਰ ਰਿਹਾ ਮੇਰੇ ਲਈ, ਉਹ ਅਸੀਂ ਥੋੜਾ ਡਿਟੇਲ ਚ ਡਿਸਕਸ ਕਰਾਂਗੇ ਸੈਕਿੰਡ ਪੁਆਇੰਟ ਨੂੰ। ਤੇ ਉਹ ਪਰਪਸ ਫਾਈਨਲੀ ਹੈ ਕਿ ਇੱਕ ਤੇ ਡਿਫਾਈਨ ਕੌਣ ਕਰ ਰਿਹਾ, ਤੀਸਰੀ ਗੱਲ ਹੈ ਕਿ ਪਰਪਸ ਹੈ ਵੀ ਕੀ, ਸਾਨੂੰ ਉਹ ਵੀ ਦੱਸਿਆ ਜਾਏ ਜਰਾ। ਐਂਡ ਜੋ ਫਾਈਨਲ ਚੀਜ਼ ਹੈ ਕਿ what happens to the purpose which I have for living throughout the day। ਅਸੀਂ ਕੁਝ ਕਰ ਰਹੇ ਹਾਂ ਆਪਣੀ ਲਿਵਿੰਗ ਦੇ ਲਈ, ਉਹ ਜੋ ਸਾਰੇ ਐਕਸ਼ਨਸ ਨੇ ਉਹਨਾਂ ਦਾ ਇਸ ਪਰਪਸ ਨਾਲ ਕੀ ਰਿਲੇਸ਼ਨਸ਼ਿਪ ਹੈ, ਮੈਨੂੰ ਉਹ ਵੀ ਕਲੀਅਰ ਹੋਣਾ ਚਾਹੀਦਾ, ਨਹੀਂ ਤੇ ਮੇਰੀ ਜ਼ਿੰਦਗੀ ਦੀ ਠੀਕ ਰਾਹ ਨਹੀਂ ਪੈ ਸਕਦੀ। ਸੋ these are the 4 questions which we will try to address। ਉਹ ਪਰਪਸ ਕੀ ਹੈ ਅਸੀਂ 2 ਮਿੰਟ 'ਚ ਕਹਿ ਕੇ ਪ੍ਰੈਜੈਂਟੇਸ਼ਨ ਨੂੰ ਖਤਮ ਵੀ ਕਰ ਸਕਦੇ ਹਾਂ, ਪਰ ਅਸੀਂ ਫਿਰ ਗਹਿਰਾਈ ਵਿੱਚ ਨਹੀਂ ਜਾਵਾਂਗੇ, ਇਸ ਕਰਕੇ ਅਸੀਂ ਸਟੈਪ ਬਾਈ ਸਟੈਪ ਉਹਦੇ ਵਿੱਚ ਉਤਰਨਾ ਚਾਹੁੰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਇੱਕ ਕੁਐਸਚਨ ਲੈਂਦੇ ਹਾਂ ਕਿ ਸ਼ੁੱਡ ਲਾਈਫ ਹੈਵ ਅ ਪਰਪਸ, ਕਿ ਜ਼ਿੰਦਗੀ ਦਾ ਕੋਈ ਉਦੇਸ਼ ਹੋਣਾ ਚਾਹੀਦਾ। ਇੱਕ ਹੈਨਰੀ ਡੇਵਿਡ ਥੋਰੂ ਹੋਏ ਨੇ, ਅਮਰੀਕਨ ਪੋਇਟ, ਉਹਨਾਂ ਦੀ ਪੋਇਟਰੀ ਅੱਜ ਤੱਕ ਪੜ੍ਹਾਈ ਜਾਂਦੀ ਹੈ। ਦੇ ਆਰ ਆਲ ਫਿਲੋਸਫੀਕਲ ਥਾਟਸ ਹੈ ਔਰ ਫਿਲੋਸਫੀਕਲ ਪੋਇਟ ਹੀ ਹੋਏ ਹੈ। 1817 ਵਿੱਚ, ਅੱਜ ਤੋਂ 203 ਸਾਲ ਪਹਿਲਾਂ ਇਹਨਾਂ ਦਾ ਜਨਮ ਹੋਇਆ। ਤੇ ਇਹਨਾਂ ਨੇ ਕਿਹਾ ਸੀ ਕਿ ਇਟ ਇਜ਼ ਨਾਟ ਐਨਫ ਟੂ ਬੀ ਬਿਜ਼ੀ, ਸੋ ਆਰ ਦ ਐਂਟਸ। ਦ ਕੁਐਸਚਨ ਇਜ਼ ਵਟ ਆਰ ਵੀ ਬਿਜ਼ੀ ਅਬਾਊਟ। ਬਿਜ਼ੀ ਤੇ ਸਾਰੇ ਹੀ ਆ, ਚੀਂਟੀਆਂ ਵੀ ਤੇ ਕਹਿ ਰਹੀਆਂ ਅਸੀਂ ਬਿਜ਼ੀ ਹਾਂ, ਪਰ ਅਸੀਂ ਕਾਹਦੇ ਲਈ ਬਿਜ਼ੀ ਹਾਂ ਅਗਰ ਸਾਨੂੰ ਇਹ ਨਹੀਂ ਪਤਾ ਤੇ ਉਸ ਬਿਜ਼ੀ ਹੋਣ ਦਾ ਕੋਈ ਮਾਇਨੇ ਨਹੀਂ ਰਹਿ ਜਾਂਦੇ। ਇੱਕ ਇੰਗਲਿਸ਼ ਰਾਈਟਰ ਹੋਏ ਨੇ ਲੂਇਸ ਕੈਰੋਲ, 1831 ਹੋਈ, ਅੱਜ ਤੋਂ 190 ਸਾਲ ਪਹਿਲਾਂ ਕਰੀਬ। ਔਰ ਇਹਨਾਂ ਦੇ ਥਾਟਸ ਵੀ, ਇਹਨਾਂ ਦੇ ਕੋਟੇਸ਼ਨਸ ਵੀ ਅੱਜ ਦਿਨ ਤੱਕ ਬੜੇ ਮਤਲਬ ਧਿਆਨ ਨਾਲ ਲੋਕ ਪੜ੍ਹਦੇ ਆ ਕਿਉਂਕਿ ਬੜੀ ਗਹਿਰਾਈ ਤੋਂ ਆਉਂਦੇ ਆ। ਇਹ ਕਹਿੰਦੇ ਸੀ ਇਫ ਯੂ ਡੂ ਨਾਟ ਨੋ ਵੇਅਰ ਯੂ ਆਰ ਗੋਇੰਗ ਐਨੀ ਰੋਡ ਵਿਲ ਟੇਕ ਯੂ ਦੇਅਰ। ਜੇ ਤੁਹਾਨੂੰ ਇਹੀ ਨਹੀਂ ਪਤਾ ਤੁਸੀਂ ਜਾ ਕਿੱਧਰ ਹੋ, ਫਿਰ ਤੁਸੀਂ ਕਿਸੇ ਵੀ ਸੜਕ ਤੇ ਚਲੇ ਜਾਓ, ਉੱਥੇ ਪਹੁੰਚ ਹੀ ਜਾਓਗੇ। ਔਰ ਇੱਕ ਤਰ੍ਹਾਂ ਨਾਲ ਸਾਨੂੰ ਇਹ ਜਰਕ ਦੇ ਕੇ ਜਾਂਦਾ ਹੈ, ਇਹ ਵਾਲਾ ਜੋ ਕੋਟੇਸ਼ਨ ਹੈ ਨਾ, ਕਿ ਅਗਰ ਇਨਸਾਨ ਨੂੰ ਇਹ ਨਹੀਂ ਪਤਾ ਮੈਂ ਕਿੱਥੇ ਜਾ ਰਿਹਾ, ਫਿਰ ਤੇ ਕੋਈ ਵੀ ਰੋਡ ਠੀਕ ਹੈ। ਫਿਰ ਇਹ ਇੱਕ ਤਰ੍ਹਾਂ ਦੀ ਜਾਗਰਤੀ ਦੇ ਕੇ ਜਾਂਦਾ, ਐਨਲਾਈਟਨਮੈਂਟ ਦੇ ਕੇ ਜਾਂਦਾ ਵੀ ਸਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਸੀ ਜਾ ਕਿੱਥੇ ਰਹੇ ਹਾਂ। ਫਿਰ ਇੱਕ ਬਿਲੀ ਸੰਡੇ ਹੋਏ ਹੈ, ਬੇਸਬਾਲ ਪਲੇਅਰ ਅਮਰੀਕਨ, ਐਂਡ ਹੀ ਇਜ਼ ਨਾਟ ਜਸਟ ਅ ਬੇਸਬਾਲ ਪਲੇਅਰ, ਹੀ ਵਾਜ਼ ਅ ਵੈਰੀ ਗੁੱਡ ਸਪੀਕਰ ਐਂਡ ਆਥਰ ਆਲਸੋ। ਔਰ ਇਹਨਾਂ ਦਾ ਕਹਿਣਾ ਸੀ ਕਿ ਮੋਰ ਮੈਨ ਫੇਲ ਥਰੂ ਲੈਕ ਆਫ ਪਰਪਸ ਦੈਨ ਲੈਕ ਆਫ ਟੈਲੈਂਟ। ਟੈਲੈਂਟ ਲੋਗੋਂ ਕੋਲ ਬਹੁਤ ਹੈ, ਪਰ ਅਗਰ ਉਹ ਫੇਲ ਹੋ ਰਹੇ ਨੇ ਤੇ ਇਸ ਕਰਕੇ ਕਿਉਂਕਿ ਉਹ ਪਰਪਸ ਹੀ ਨਹੀਂ ਡਿਫਾਈਨ ਕਰ ਪਾਏ। ਔਰ ਇਹ ਅੱਜ ਦੀ ਦੁਨੀਆ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਅੱਜ ਦੇ ਬੱਚਿਆਂ ਕੋਲ ਟੈਲੈਂਟ ਬਹੁਤ ਜ਼ਿਆਦਾ ਹੈ ਔਰ ਇਹ ਜ਼ਰੂਰੀ ਨਹੀਂ ਕਿ ਉਹ ਲਾਈਫ ਵਿੱਚ ਸਕਸੈਸਫੁਲ ਹੋ ਕੇ ਜਾਣਗੇ। ਅੱਜ ਦੀ ਜੋ ਜਨਰੇਸ਼ਨ ਹੈ ਟੈਲੈਂਟ ਦੀ ਬੜੀ ਭਰਮਾਰ ਹੈ ਦੇਖੋ, ਪਰ ਜੇ ਪਰਪਸ ਨਾਲ ਉਹਨੂੰ ਅਟੈਚ ਨਹੀਂ ਕਰ ਰਹੇ ਉਸ ਟੈਲੈਂਟ ਨੂੰ ਤੇ ਕਿਤੇ ਨਾ ਕਿਤੇ ਲਾਈਫ ਦੇ ਪਰਪਸ ਤੋਂ ਉਹ ਡਿਫੀਟ ਹੋ ਕੇ ਹੀ ਜਾਣਗੇ। ਸੋ ਇਹ ਬੜੇ ਗਹਿਰੇ ਵਿਚਾਰ ਹੈ। ਇਸ ਤੋਂ ਇਲਾਵਾ ਵੀ ਇੱਕ ਐਲਨ ਕੋਹਨ ਹੋਏ ਹੈ ਰੀਸੈਂਟਲੀ, ਅਜੇ ਵੀ ਉਹ ਮਤਲਬ ਹੀ ਇਜ਼ ਓਨਲੀ 70 years old ਟੂਡੇ। ਸੋ ਅਮਰੀਕਨ ਆਥਰ ਔਰ ਬਿਜ਼ਨਸਮੈਨ ਨੇ, ਉਹ ਕਹਿੰਦੇ ਸੀ ਕਿ ਇਨ ਦਾ ਲਾਈਫ ਗੋਇੰਗ ਨੋਵੇਅਰ ਫਾਸਟਰ ਵਿਲ ਨਾਟ ਗੈਟ ਯੂ ਸਮਵੇਅਰ। ਇਹ ਸਾਡੀ ਅੱਜ ਦੀ ਹਕੀਕਤ ਹੈ, ਅਸੀਂ ਬਹੁਤ ਤੇਜ਼ ਦੌੜ ਰਹੇ ਹਾਂ। ਕਹਿੰਦੇ ਗੋਇੰਗ ਨੋਵੇਅਰ ਫਾਸਟਰ ਵਿਲ ਨਾਟ ਗੈਟ ਯੂ ਸਮਵੇਅਰ। ਤੁਸੀਂ ਤੇਜ਼ ਦੌੜਦੇ ਜਾਓਗੇ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਤੇ ਪਹੁੰਚ ਜਾਓਗੇ, ਭਟਕੇ ਹੀ ਰਹੋਗੇ, ਇੱਧਰ ਉੱਧਰ ਜਾਓਗੇ, ਲੈਫਟ ਜਾਓਗੇ, ਰਾਈਟ ਜਾਓਗੇ, ਦੌੜਦੇ ਰਹੋਗੇ, ਪਹੁੰਚੋਗੇ ਕਿੱਥੇ ਨਹੀਂ। ਇਹ ਤੇ ਸਨ ਕੁਝ ਅੱਜ ਦੇ ਔਰ ਕੁਝ ਥੋੜਾ ਟਾਈਮ ਪਹਿਲੇ ਦੇ ਸੂਝਵਾਨਾਂ ਦੇ ਵਿਚਾਰ। ਤੇ ਹੁਣ ਅਸੀਂ ਇਹ ਦੇਖਦੇ ਹਾਂ ਕਿ ਗੁਰਬਾਣੀ ਕੀ ਕਹਿੰਦੀ ਹੈ ਕਿ ਪਰਪਸ, ਜੋ ਲਾਈਫ ਦਾ ਪਰਪਸ ਹੈ ਉਹਦੇ ਬਾਰੇ ਕੀ ਵਿਚਾਰ ਕੀ ਹੈ ਗੁਰੂ ਸਾਹਿਬਾਨ ਦੇ।
गुरु साहब कहते प्राणी तू आया लाहा लैन, लगा कित कुफकड़े सब मुकदी चली रहन। प्राणी आया ते तू ऐसी क्योंकि मनुखा जवन मिले ते पूरा पूरा इहदा फायदा उठाया जाए, जो कि किसी भी होर क्रिएचर नू वो अपॉर्चुनिटी नहीं है। वो फायदा की है ਅਸੀਂ ਬਾਅਦ ਚ ਗੱਲ ਕਰਾਂਗੇ। ਲੱਗਾ ਕਿਤ ਕੁਫਕੜੇ but vainly efforts you are engaged with, your life night is approaching the end। ਇਹਦੇ ਚ ਕੋਈ ਡਾਊਟ ਨਹੀਂ ਹੈ ਕਿ ਸਾਡੀ ਸਭ ਦੀ ਲਾਈਫ ਨਾਈਟ ਇਜ਼ ਅਪਰੋਚਿੰਗ ਦਾ ਐਂਡ। ਔਰ ਇਹ ਨਾ ਹੋਏ ਕਿ ਅਸੀਂ ਪਰਪਸ ਹੀ ਨਾ ਸਮਝ ਪਾਈਏ, ਔਰ ਪਰਪਸ ਤੱਕ ਪਹੁੰਚਣਾ ਤੇ ਦੂਰ ਦੀ ਗੱਲ ਹੈ, ਪਰਪਸ ਨੂੰ ਸਮਝਿਆ ਹੀ ਨਾ ਹੋਏ ਔਰ ਅਸੀਂ ਇਹ ਕਹਿ ਦਈਏ ਕਿ we lived a very satisfied or complete life। ਸੋ ਸਾਡਾ ਪਹਿਲਾ ਸਵਾਲ ਸੀ should there be a purpose। it carries a sense that life should have a purpose। क्योंकि बड़े सूझवान विचार भी और गुरु पास साहबान के विचार भी यही हैं कि जिंदगी का परपस जरूर होना चाहिए है। हुण असीं लैंदे हां सैकेंड क्वेश्चन, इफ यस देन हू डिफाइंस दैट परपस फॉर मी। अगर ये परपस होना चाहिए तो कौन मेरे लिए डिफाइन करेगा की है जिंदगी का परपस। तो थोड़ा जिहा असीं इहदे ते विचार करिए कि मैं खुद डिसाइड करांगा कि परपस की होना चाहिए, कि मेरे पेरेंट्स डिसाइड करते हैं कि परपस की होना चाहिए। पेरेंट्स बड़ा कुछ डिसाइड करते हैं, केड़ा कैरियर है की लवो, कैरियर विच असीं चलते रहंदे हां, फिर फस जांदे हां, कहीं खुश हैं कहीं खुश नहीं है। वो लगता है जिवें लाइफ का यही परपस सी, खूब पैसा कमाना, कैरियर बनाना, सब कुछ। या मेरे फ्रेंड्स डिसाइड करते हैं जिन्हां नाल असीं डिस्कस करते हैं, या सोसाइटी डिसाइड करती है, या मेरे टीचर्स डिसाइड करते हैं, या फिर कोई नोबल लोग डिसाइड करते हैं, नोबल पीपल। आई थिंक ये सानू सैटिस्फैक्शन नहीं दे के जा रहा कि एक्चुअली मेरे लिए परपस कौन डिसाइड करेगा। पर अगर असी एक होर क्वेश्चन अपने आप नू पुछण दी कोशिश करिए और ये जानन दी कोशिश करिए कि द वन हु हैज रीच्ड द ट्रुथ एंड हैज नो ओपेकनेस टू सी द परपस ऑफ एवरी लाइफ, कोई ऐसा मनुष्य, कोई ऐसी शख्सियत जो सच्चाई तक पहुंच चुका है और उन्होंने हुण किसी भी तरह का कोई भी भ्रम नहीं है, कोई उहदे अगे अंधकार नहीं है कि हर जिंदगी का की परपस होना चाहिए सी। कोई ऐसा मनुख मैनू दसे कि की परपस होना चाहिए। सो ये इत्थे आके सानू जवाब मिल जाता है कि भूले मार्ग जिन्हें बताया ऐसा गुर वड भागी पाया। सानू एक ऐसे गुरु की लोड़ है जिहड़े सानू किथे भी असी भूले मार्ग ते ना पै जाइए, असी जिंदगी दे हर मार्ग नू ठीक तरह समझिए और मार्ग ते ठीक पहुंचते हुए परपस की डायरैक्शन च चल पईए। तो सानू एक ऐसा गुरु चाहिए जो ट्रुथ तक पहुंच चुका है और उस पूरे रस्ते नू समझ चुका है, उस पूरे रस्ते ते साडे नाल चलण नू तैयार है, सिर्फ उत्ते पहुंचिया ही नहीं है, साडा हाथ भी पकड़न नू तैयार है। सिर्फ चाहिए है कि असी भी गुरु का हाथ पकड़न नू तैयार हो जाइए। गुरु ने अपना हाथ अगे किया होया है, गुरु कोल मार्ग भी है, गुरु कोल मिशन भी है, गुरु कोल सब कुछ है। ते ये भी सानू एक जवाब मिल जाता है कि हु शुड डिसाइड द परपस फॉर मी। इट्स फाइनली द वन हु हैज रीच्ड द ट्रुथ एंड इज नाउ रेडी टू वॉक विद मी ऑन द पाथ, जिथे पहुंचाया ताकि छोटे जे जीवन विचों असीं फटाफट उस तक पहुंच पाइए। So is the answer not too obvious that who should decide the purpose for me? So ये साडा second question सी जिदा असी आंसर जानन दी कोशिश कीती है। साडा third question है कि what is that purpose? हुण असी फाइनली उहदे ते आ जाइए, purpose है की। असी कोई जल्दबाजी नहीं दिखावांगे ये जानन दी कि वो purpose की है, पर सानू कुछ होर टर्मिनोलॉजी वो पहले क्लियर होनी चाहिए। अगर वो टर्मिनोलॉजी सानू क्लियर नहीं होएगी तो असी फिर किथे ना किथे भटक जावांगे। असी सब नाल पहला तो एक देखिए कि मेरी डेली दी लाइफ है उहदे च ऑलरेडी मैं बहुत बिजी हाँ, मेरी बड़ी लंबी एक्शन लिस्ट है। मैं पढ़ रहा, मैं ट्रैवल कर रहा, मैं रिलेशनशिप बना रहा, मैं लोगों की हेल्प कर रहा, कुकिंग कर रहा, एंजॉय कर रहा, खा पी रहा, अपने नू मेनटेन कर रहा, घर नू रिलैक्स भी कर रहा, एक्सरसाइज भी कर रहा, कमा भी रहे हैं, प्रार्थना भी कर ली दी है, कम्युनिकेट भी करीदा। बड़ी लंबी चौड़ी लिस्ट असी लैके बैठे हैं। ये लिस्ट सारिਆਂ दी है, ये लिस्ट किसी एक दी नहीं है। इहदे चों कोई ज्यादा एम्फेसिस होएगा, किते घट होएगा, पर ये लिस्ट साडे सब दी है। सो वी आर फास्ट एंड बिजी
एवरीथिंग वी डू वी थिंक इज द पर्पस इन द लाइफ। सानू ये लगता है ये भी लाइफ का एक पर्पस है, और ऐसा भी नहीं कि असी अवॉइड कर सकीए। ये तो सारे एक्शन ने जिहड़े सानू करने ही पैने हैं, असी अवॉइड तो नहीं कर सकते, सानू नाल लैके चलने पैने हैं। जदों असी गुरु साहब का दिता परपस देख के समझण की कोशिश करिए, नाले भी देखिए कि असी सारा दिन कर की रहे, जो मैं परपस सोच रहा जिंदगी का, इन्हां दोनों च कोई तालमेल भी तो बिठाना है अगे चल के। असी बिजी हाँ, असी बहुत ज्यादा बिजी हाँ, असी बहुत बहुत ज्यादा बिजी हाँ, पर गुरु साहब कहते हैं आहर सब करदा फिरे आहर एक न होए, नानक जित आहर जग उदरे विरला बूझे कोई। Making all sorts of efforts wandering around does not add up to one worthwhile effort। इस सारे दे सारे एफर्ट मिला के भी एक जड़ा worthwhile effort है उत्थे तक मैनू नहीं पहुंचा रहे। ओ नानक, rare are those who understand the efforts that make the life worth living। नानक जिता हर जग उभरे, वही लाइफ वर्थ लिविंग है। विरला बूझे को, कोई विरला बंदा जड़ा सोचता है कि मैं जिंदगी दे जो मकसद सी उन्होंने कमा के ही जाना है जिस परपस लिए मैं आया सी। तो इस नाल पहला कि असी ये जानिए परपस की है, ये सारिया चीज़ां समझना भी जरूरी है कि सानू वो समझ रहे ने गुरु साहब कि मैं बहुत बिजी हाँ, यार मैं बहुत कर रहा हूँ, और मैनू गलत फहमी भी है कि यार सारे दे सारे मैनू लाइफ दे लिए एक तरह का परपस यही ने जो मैं कर रहा हाँ। और इत्थों थोड़ा असी अगे चलते हैं हुण असी ये देखेंगे कि यह सारिया चीज़ां और जो जिंदगी का परपस है कि वो दोनों अलग अलग ने या किते एक भी हो सकते हैं। हुण बिफोर वी डिफाइन द परपस ऑफ लाइफ, ये दो टर्म आ रही हैं जो इंपॉर्टेंट है, एक है परपस, एक लाइफ। तो असी पहले दोनों नू सैपरेटली क्यों ना एक बार समझ लीए कि परपस की हुंदा और लाइफ की हुंदी है। ਉਹ जो अज दे साडे विचार हैं लैके चलांगे, इस तो बाद देखांगे कि इहदे बारे गुरु साहबान की कह रहे हैं। ये दोनों टर्मिनोलॉजी बहुत इंपॉर्टेंट है, परपस नू समझना भी और लाइफ नू समझना भी। तो पहले असी समझण की कोशिश करते हैं परपस नू, क्योंकि सानू बेसिक अंडरस्टैंडिंग ऑफ टर्मिनोलॉजी इज ऑल्सो वेरी इंपॉर्टेंट टू मूव फॉरवर्ड। असी जनरली जो भी साडे जिंदगी दे असी कार गुजार कर रहे हाँ, सवेर तो शाम तक बिजी रहीदा है, उहदे जनरली 4 लैवल होंदे हैं। तो इस स्लाइड नू तुसीं नीचों दी उपर पढ़न की कोशिश करना, नीचे तो उपर वाल जाना है। लैवल 1, लैवल 2, लैवल 3 एंड लैवल 4। और जो ये 4 लैवल हैं, इससे असीं की कर रहे हैं, असीं कोरिलेट कर सकते हैं जितने भी साडे परपस हैं, जो असीं एक्शन कर रहे हैं उन्होंने असीं कोरिलेट कर सकते हैं। ये एक्शन किहदे बारे, लैवल 1 बारे है, 2 बारे, 3 या 4 किहदे बारे एक्शन है। जो लैवल 1 है बहुत जरूरी है, नीड्स है मेरिया, मैनू जिंदा रहने लिए भी कुछ नीड्स है, मैनू रोटी कपड़ा भी चाहिए, सब कुछ चाहिए, वो मेरिया नीड्स है। जदों मेरिया नीड मीट हो रही हैं फिर मेरिया एस्पिरेशन शुरू हो जाती हैं, मैं कुछ ख्वाहिशां शुरू होंदियां ने। नीड्स तो पूरियां हो गई, हुण सानू थोड़ियां ख्वाहिशां रखण दा भी ख्वाहिश हो जाती है। ख्वाहिशां भी पूरियां होनियां शुरू होंदियां, फिर इंसान दे च जनरोसिटीज आंदियां। जनरोसिटीज मतलब एक भलापन, एक कुछ करने का जज्बा भी हाँ कुछ किया जाए, और वो भी पूरा होंदा। फिर एक सैल्फ ड्राइव शुरू होती है जो इन्होंने नीचे दे 3 लैवल तो बहुत उपर है। सैल्फ ड्राइव है, इंसान अपने आप करता जा रहा है, हुण वो देख नहीं रहा मैनू की मिल रहा, हुण वो सैल्फ ड्राइव मोड च चला जाता है। सो ये 4 लैवल ने, ये नहीं कि सारे दे सारे चारों लैवल ते होइए। कोई जिंदगी च इस अर्थ दे उत्ते 30% लोग अजे भी लैवल 1 ते रुके हुए ने, उन्होंने रोटी कपड़ा मकान भी 30% लोगों को इस अर्थ से पूरी तरह दोनों वक्त का नहीं मिल रहा। 70% जो लोग ने जिहड़े उत्ते एस्पायर कर रहे हैं, वो जो बाकी दे लोग हैं उन्हां विचों करीब करीब ये समझ लो हर बंदा एस्पिरेशन दे लैवल ते ही 1-1.5% छड़ के सब एस्पिरेशन जाके फस जाते हैं। वो एस्पिरेशन तो उत्ते नहीं उठ पा रहे, ख्वाहिशां की कमी नहीं हो रही है, ख्वाहिशां चली जा रही हैं, ख्वाहिशां नहीं रुक रही। जो 30% रह गए सी उत्ते दे जिहड़े 70% उन्हां च 68-69% लोग इत्थे फसे हुए हैं, और जिहड़े बाकी हैं 1%, 1.5% वो जाके ऊपर जनरोसिटीज वाल जाते हैं या सैल्फ ड्राइव वाल जाते हैं। सॉरी। तो जो नीड्स हैं वो साडे सर्वाइवल लिए जरूरी, जो एस्पिरेशंस हैं वो सानू इंपॉर्टेंट फील करांदी है, मैं इंपॉर्टेंट हाँ।
जो जनरोसिटीज ने वो मैनू सैटिस्फैक्शन दे के जाती है। जो एस्पिरेशन की सैटिस्फैक्शन है वो टैंपरेरी है, क्योंकि एस्पिरेशन रुकदियां नहीं है, एस्पिरेशन तो वधदियां जानियां, तो वो सैटिस्फाई नहीं करदियां, किते किते होर डिसैटिस्फाई कर जांदियां। जदों पूरियां होंदियां एस्पिरेशन, बंदा होर डिसैटिस्फाई हो रहा हुंदा कि अजे तो मैनू होर करना है। पर जनरोसिटीज वाल अगर चला जाए फिर बंदा सैटिस्फैक्शन वाल जांदा है। जे सैल्फ ड्राइव वाल चला जाए फिर वो कहता मैनू परवाह कोई नहीं, या तो नो आइडिया मैनू परवाह नहीं है, या फिर वो आनंद की अवस्था च है। जो पहली साड़ी लैवल है वो सानू अर्न लाइवलीहुड है, साड़ी रोज की रोजी रोटी खाना पीने वास्ते कपड़े पाने लिए जरूरी है। लैवल 2 साड़ियां पोजीशंस और पोजेशंस नू रिफ्लैक्ट करता है, मेरे को की कुछ इकट्ठा हो चुका है और मैं किस पोजीशन ते कितना पावरफुल इंसान हाँ। सो पोजीशन एंड पोजेशंस आर रिफ्लैक्टेड इन लैवल 2। लैवल 3 ते असी हैल्पिंग एंड सर्विंग बंदे हुंदे हैं, थोड़ा कोशिश करते हैं थोड़ा जा बाहर आइए। एंड अगर असी दोबारा थलों दी फिर देखिए तो असी साडी मेहनत कितनी लग रही है। नीड्स दे लिए हर इंसान पूरी मेहनत करता है, वी वर्क वेरी हार्ड। एस्पिरेशन दे लिए भी असी काफ़ी एफर्ट लगाते हैं। जो लैवल 3 उत्थे आंदे आंदे असी थोड़े ढिले हो जाते हैं, असी ट्राई करते हैं, कभी कर लेंगे हैं, मन आया नहीं करते। जनरोसिटीज छोड़ो आज की है अपना, मतलब ऐसा नहीं कि डेडिकेटेडली जनरोसिटीज विच इन्वॉल्व हुई, असी ट्राई करते हैं पर यह नहीं कह सकते कि असी पूरी तरह डीपली इन्वॉल्व होंगे। मैं एटलीस्ट अपने बारे कह रहा जी, थोड़े चो सारे हो सकता लैवल 4 ते हुण आई हैव नो राइट टू कमेंट। और जो लैवल 4 है उहदी उन्होंने परवाह नहीं है, फिर उन्हें करना तो करना है, उन्हें जो करना है सोचा करना ही है, वो लैवल 4 ते वो ट्राई बाई कोई गल नहीं। हुण इन्हां चारों लैवल दे एक्चुअल परपस दे अलग अलग ना हो जाते हैं। जो लैवल 1 है उन्होंने असीं कहते हैं ऑब्जैक्टिव। मेरा ऑब्जैक्टिव है मेरा खाना पीना चलता रहे, एक ऑब्जैक्टिव है जिंदगी का। लैवल 2 ते बंदे गोल सैट करते हैं, जो एस्पायर करते हैं कि मेरे को समान इतने महीने चाहिए या मैनू बिजनेस नू इतने करोड़ का इतने महीने पहुँचाना है, वो एस्पिरेशंस ने उहदे गोल सैट करते हैं। लैवल 3 ते परपस ही है, जिन्होंने असीं परपस लैके चले हैं। परपस के हुण 4 नाम असीं रखे हैं। उन्होंने कहते हैं भी हुण परपस नाल कोई उन्होंने मन च कोई उद्देश्य है भी हाँ सेवा करनी है, कोई उन्होंने परपस है, सैटिस्फैक्शन गेन कर रहे हैं जो भी कर रहे हैं। और लैवल 4 ते इनू कहते हैं मिशन, कि हुण वो मिशनरी स्पिरिट नाल अगे मूव कर रहे हैं। असीं कित्थे हाँ इन्हां 4 लैवल चों असीं खुद डिसाइड करना है। और ये चारों लैवल तो जाना कोई हर्ज नहीं है, वो बड़े इंपॉर्टेंट भी हैं। परपस एट हाईएस्ट लैवल इज कॉल्ड मिशन है, वो भी परपस ही है पर उन्होंने असीं हाईएस्ट लैवल ते मिशन कहते हैं। हुण असीं चलदे हां, हुण असीं लाइफ नूं समझिए। असीं कि दो टर्म ने जो सानूं पता होनी चाहिए, लाइफ एंड द परपस। ते परपस असीं डिस्कस कर लिया, हुण असीं लाइफ के बारे सोचिए। असीं पिछली जो स्लाइड परपस देखे ने, एक्चुअली परपस ना होके वो इच्छावां दा एक ग्रुप है, इट्स अ बंडल ऑफ डिजायर्स होंगे इन वन वे और द अदर। तो लाइफ हौले हौले की एक बंडल ऑफ डिजायर्स बन जाती है, और ये बंडल ऑफ डिजायर्स नूं सानूं समझना बहुत जरूरी है। इहदे लई असीं हैल्प लवांगे मास्लोज नीड हायरार्की दा। 1943 दे विच नीड हायरार्की पब्लिश हुई। ये अज दी डेट तक इसनूं किसी ने भी चैलेंज नहीं किया। मास्लो ने जो कहा कि इंसान दीयां जरूरतां दे लैवल हैं, वो उहदे ते हज़ारां फर्दर पेपर्स बने हैं, लोगों ने बड़ी रिसर्च की है। और असीं गल करांगे अज दी डेट दे विच जो चल रहा है, जो कोरोना करके चल रहा है, इहदा कितनी इंपॉर्टेंस है इसकी। तो जो मास्लोज नीड हायरार्की है वो कहती है कि 5 लैवल ते, जिवें असीं 4 ते परपस वर्ड नाल डिफाइन कीते सी कि इंसान 5 लैवल ते ऑपरेट करता है। एक है फिजियोलॉजिकल नीड, दैट इज फूड शेल्टर क्लोथिंग इंक्लूडिंग मैरिज ऑल्सो। ये साडियां शारीरिक जरूरतां दे वास्ते है फिजियोलॉजिकल नीड्स। ये नीड इंसान दे पूरे होंदे, फिर वो सेफ्टी नीड्स चाहता है। वो चाहता है मैं भी सेफ रहा और जो मैं कमाया वो भी सेफ रहे, मेरी पोजीशन भी सेफ रहे। पोजीशन, पोजेशन, लाइफ, ये सब सेफ रहना चाहिए। चाहे इंश्योरेंस कह लो, कुछ कह लो, इंसान उन्होंने सेफ चाहता है। ये नीड पूरे होंदे हैं तो इंसान फिर सोशल नीड्स लभदा है कि मैं सोशलाइज करा। सोशलाइज करके एक तरह की एक फील आता है, एक बड़ा अच्छा फील आता है, डिजायरेबल चीज़ है, सानू सोशलाइज करना भी चाहिए। और सोशल नीड्स पूरे होंदे हैं, फिर इंसान दे एस्टीम नीड्स शुरू होंदे हैं।
ਉਹ ਬੜਾ ਪ੍ਰੋਗਰੈਸਿਵ ਜਿਹਾ ਹੋ ਜਾਂਦਾ ਹੈ ਕਿ ਮੇਰੇ ਕੋਲ ਫਰਦਰ ਇੱਕ ਲੈਵਲ ਹੈ ਜਿੱਥੇ ਅਸੀਂ ਪੋਜੀਸ਼ਨ ਐਂਡ ਪੋਜੈਸ਼ਨ ਦੀ ਗੱਲ ਕੀਤੀ ਸੀ, ਉਹ ਸਭ ਇਹਦੇ ਵਿੱਚ ਹੀ ਆ ਜਾਂਦੇ ਆ ਐਸਟੀਮ ਨੀਡਸ ਵਿੱਚ। ਔਰ ਇੱਕ ਸੈਲਫ ਐਕਚੁਅਲਾਈਜੇਸ਼ਨ ਹੈ ਜੋ ਇੱਕ ਤਰ੍ਹਾਂ ਦੀ ਨੋਬਲਨੈਸ ਹੈ। ਇਹਦੇ 'ਚ ਜੋ ਪਹਿਲੇ 3 ਲੈਵਲ ਹੈ ਉਹ ਬੇਸਿਕ ਨੀਡਸ ਹੈ, ਉਹ ਲਾਈਫ ਨੂੰ ਸਸਟੇਨ ਕਰਨ ਲਈ ਬੜੇ ਜ਼ਰੂਰੀ ਹੈ। ਉਹ ਹੈ ਫਿਜ਼ੀਓਲੋਜੀਕਲ ਨੀਡ, ਸੇਫਟੀ ਨੀਡ ਐਂਡ ਸੋਸ਼ਲ ਨੀਡ। ਇਹ ਲਾਈਫ ਦੀ ਸਸਟੇਨੈਂਸ ਲਈ ਜ਼ਰੂਰੀ ਹੈ। ਇਸ ਤੋਂ ਉੱਪਰ ਦੇ ਜਿਹੜੇ ਨੀਡ ਹੈ ਉਹ ਕੰਪਲੈਕਸ ਹਿਊਮਨ ਡਿਜ਼ਾਇਰਸ ਹੈ, ਪਰ ਉਹਦੀ ਬਿਊਟੀ ਇਹ ਹੈ ਕਿ ਜੋ ਦੁਨੀਆ ਦੀ ਪ੍ਰੋਗਰੈਸ ਹੋ ਰਹੀ ਹੈ ਉਹਦੀ ਵਜ੍ਹਾ ਨਾਲ ਹੋ ਰਹੀ ਹੈ। ਅੱਜ ਜਿੰਨੀਆਂ ਦੁਨੀਆ 'ਚ ਬੜੇ ਬੜੇ ਸਮਾਨ ਆ ਰਹੇ हैं, ਗੈਜਟਸ ਆ ਰਹੇ हैं, ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ, ਜੋ ਪ੍ਰੋਗਰੈਸ ਹੋ ਰਹੀ ਹੈ ਉਹ ਲੋਅਰ ਲੈਵਲ ਦੇ 3 ਤੇ ਅਗਰ ਰੁਕੇ ਰਹਿੰਦੇ ਤੇ ਇਤਨੀ ਮਨੁੱਖਤਾ ਨੂੰ ਅਸੀਂ ਫੀਡ ਹੀ ਨਹੀਂ ਸੀ ਕਰ ਪਾਣਾ। ਬੜੀ ਪ੍ਰੋਗਰੈਸ ਹੋ ਰਹੀ ਹੈ, ਪਰ ਉਹਦੇ ਨਾਲ ਬੜੀਆਂ ਪ੍ਰੋਬਲਮਸ ਵੀ ਆ ਰਹੀਆਂ ਨੇ। ਔਰ ਜੋ ਇਸ ਤੋਂ ਨਗਲਾ ਲੈਵਲ ਹੈ ਉਹ ਹੈ ਸਿੰਪਲ ਹਿਊਮਨ ਸਟੇਟ। ਉਹਦੇ 'ਚ ਪ੍ਰੋਗਰੈਸ ਤੇ ਹੋ ਰਹੀ ਹੈ, ਪਰ ਨਾਲ ਸਾਰੇ ਦੇ ਸਾਰੇ ਸੋਲੂਸ਼ਨ ਵੀ ਅਵੇਲੇਬਲ ਹੈ। ਅਸੀਂ ਕਿਤੇ ਫਸੇ ਰਹੀਦਾ ਲੈਵਲ 4 ਦੇ ਜਿੱਥੇ ਪ੍ਰੋਬਲਮਸ ਹੈ। ਅਸੀਂ ਲੈਵਲ 5 ਨੂੰ ਜਾ ਕੇ ਟੱਚ ਹੀ ਨਹੀਂ ਕਰਦੇ। ਅਗਰ ਅਸੀਂ 5 ਤੇ ਜਾ ਕੇ ਟੱਚ ਕਰੀਏ ਤੇ ਪ੍ਰੋਬਲਮ ਦੇ ਸੋਲੂਸ਼ਨਸ ਵੀ ਹੈ ਨੇ, ਪਰ ਅਸੀਂ ਨਿਕਲ ਹੀ ਨਹੀਂ ਪਾਉਂਦੇ ਲੈਵਲ 4 ਤੋਂ ਬਾਹਰ, ਔਰ ਇਹ ਸਿਲਸਿਲਾ ਜਾਰੀ ਰਹਿੰਦਾ। ਹੁਣ ਕੀ ਹੈ ਕਿ ਇਹਨਾਂ ਚੋਂ ਇਨਸਾਨ ਥੱਲੋਂ ਦੀ ਉੱਪਰ ਤੱਕ ਜਾਂਦਾ। ਮਤਲਬ ਪਹਿਲੇ ਫਸਟ ਲੈਵਲ ਮੀਟ ਹੋਣਾ ਜ਼ਰੂਰੀ ਹੈ, ਫਿਜ਼ੀਓਲੋਜੀਕਲ ਨੀਡ ਹੈ। ਮੀਟ ਹੋਣਗੇ ਤਾਂ ਸੇਫਟੀ, ਫਿਰ ਸੋਸ਼ਲ, ਫਿਰ ਐਸਟੀਮ, और फिर आंदा सेल्फ एक्चुअलाइजेशन। बट कुछ ऐसे विरले लोग भी हैं जिहड़े लेवल 1 तो सीधा लेवल 5 ते भी जंप मार जाते हैं। बड़े विरले, करोड़ों च कोई गुरु नानक साहब वर्गे। और रोटी की भी चिंता नहीं, उन्होंने सिर्फ सैल्फ एक्चुअलाइजेशन ते पहुंच जाते हैं। पर असी उन्हां दी गल नहीं कर रहे, असी आम मनुख की गल कर रहे हैं। ये मास्लोज नीड हायरार्की आम मनुख वर्गी है। गुरु नानक साहब वाले तो पहले ही लेवल 5 ते ही नजर आ रहे होंगे ने हर एक को। तो ऐसे भी है ने मनुख जिहड़े 4 लेवल नूं बाईपास कर जाते हैं, और ये पता है हो जाएगा, मिल जाएगा, उसकी फिक्र नहीं है उन्होंने। तो असी उस ना जाइए तो देखिए कि असी अगे इस तो की सेध लैनी है। असी अज की चीज देखिए कि जो करोना प्रॉब्लम आई है, लेवल 3, 4 सब एकदम नाल खत्म हो गए। सोशल डिस्टेंसिंग शुरू हो गया सोशल नीड की जगह, क्योंकि सेफ्टी आ गई। सेफ्टी ते आके चैलेंज आ गया, सेफ्टी एक बड़ा वड्डा कंसर्न बन गया। एस्टीम नीड्स खत्म हो गए। केड़ियां फैक्ट्रियां, केड़े काम, केड़े कारोबार सब बंद होके सब दे सब लेवल 2 ते थल्ले आ गए। एक कोरोना ने सब नूं याद करा दिता तुहाडे लई लेवल 1 और लेवल 2 बहुत इंपॉर्टेंट ही है। कोरोना की जो शक्ति सी, होर कुछ होया या नहीं होया, इंसान नूं मास्लोज नीड हायरार्की दे लेवल 2 ते लिया के वापस रोक दिता। ठीक है, उसका इफेक्ट घटेगा, फिर इंसान ऊपर जाना शुरू करेगा, फिर लेवल 3, लेवल 4 छड्डेगा नहीं इंसान। पर जो रियलिटी है वही है कि लेवल 2 ते ले आया खिंच के सब नूं। घरां दे अंदर बंद हो जाओ, सेफ नहीं हो तुसी। ठीक है जी, ये मास्लोज नीड हायरार्की दी ब्यूटी है। हुण असीं देखदे हां कि द परपस एसोसिएटेड विद लाइफ वुड बी कॉल्ड मिशन। इत्ते है कि असीं जदों लाइफ दा परपस समझण जा रहे हैं कि गुरु साहब ने लाइफ दा परपस की रखिया है, ते वो परपस नहीं, असीं उहनूं इत्ते मिशन कहांगे। असीं ठीक है वैसे लोकल लैंग्वेज जो कह दिए भी हाँ जी लाइफ दा ये परपस है, बट एक्चुअल वो गुरु नानक साहब दा मिशन है ह्यूमैनिटी दे लई। सो व्हाट्स द मिशन ऑफ लाइफ? हुण सवाल है जिहदा सानूं जवाब चाहीदा है। असीं अगर ये देखिए तो हाईएस्ट लैवल के उत्ते पहली गल तो है कि गुरु नानक साहब ने भी इनू अप्रूव किया इस मॉडल नूं, और असीं डिटेल च अगे डिस्कस करन जा रहे हैं कि गुरु साहब के की विचार हैं हर एक लैवल के उत्ते। बड़े सोहणे विचार हैं, बड़े खूबसूरत विचार हैं, गुरु साहब के हर लैवल के उत्ते विचार हैं ने, और बड़ी इंपॉर्टेंस भी क्लीयर होंदी है उहदे तो। और उस तो उत्ते गुरु साहब ने एक लैवल होर रख दिता, सैल्फ एक्चुअलाइजेशन तो उत्ते भी सैल्फ रियलाइजेशन। सैल्फ एक्चुअलाइजेशन सी जदों इंसान आप उठ के कुछ करन नूं तैयार हो गया, वो उन्होंने कोई बाहरों नहीं कह रहा, उसका सैल्फ ड्राइव है, वो अंदरों उहदे आवाज आ रही और कर रहा, और करदे करदे की हो रहा, वो सैल्फ रियलाइजेशन गुरु साहब के हिसाब नाल एक लैवल हो रहा है इस तो ऊपर, वो है सैल्फ रियलाइजेशन। और असी हुण अगर गल करिए कि गुरु साहब ने जो मिशन डिफाइन किया, डिफाइंड एट हाईएस्ट लैवल, वो मिशन सानू जपजी साहब की पहली पौड़ी के अंदर ही दे दिता है, जो मिशन है किव सचियारा होइए किव कूड़े टुटे पाल।
ਤੇ ਪੂਰੀ ਹਿਊਮੈਨਿਟੀ ਦੇ ਲਈ ਮਿਸ਼ਨ ਹੈ ਕਿ ਹਾਊ ਕੈਨ ਆਈ ਬਿਕਮ ਦ ਟਰੂਥ। ਮੈਨੂੰ ਸੱਚ ਦੇ ਮਾਰਗ ਨਹੀਂ ਗੱਲ ਕਰ ਰਹੇ ਹੋ, ਉਹ ਹੋਈਏ ਕਹਿ ਰਹੇ ਨੇ। ਮੈਂ ਸੱਚ ਨੂੰ ਕਿਵੇਂ ਜਾਣ ਲਵਾਂ ਨਹੀਂ ਕਹਿ ਰਹੇ, ਮੈਂ ਸੱਚ ਤੱਕ ਕਿਵੇਂ ਪਹੁੰਚ ਲਵਾਂ ਨਹੀਂ ਕਹਿ ਰਹੇ, ਉਹ ਕਹਿ ਰਹੇ ਮੈਂ ਸੱਚ ਕਿਵੇਂ ਹੋ ਜਾਵਾਂ। ਹਾਊ ਡੂ ਆਈ ਬਿਕਮ ਟਰੂਥ। ਕਈ ਵਾਰ ਅਸੀਂ ਇਹਨੂੰ ਡਿਫਰੈਂਟ ਔਰ ਬੜੀ ਸੌਫਟ ਲੈਂਗੁਏਜ ਵਿੱਚ ਕਹਿੰਦੇ ਹਾਂ, ਪਰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਹੀ ਕਲੀਅਰ ਕਰ ਦਿੱਤਾ ਹੈ ਕਿ ਆਈ ਵਾਂਟ ਟੂ ਬਿਕਮ ਦ ਟਰੂਥ। ਔਰ ਉਹ ਟਰੂਥ ਅਸੀਂ ਵਰਡ ਜੋ ਇਸਤੇਮਾਲ ਕੀਤਾ ਉਹ ਸਿਰਫ ਪਰਮਾਤਮਾ ਲਈ ਕੀਤਾ ਹੈ। ਤੇ ਇਨ ਅਦਰ ਵਰਡਸ ਵਟ ਗੁਰੂ ਸਾਹਿਬ ਕੀ ਤੇ ਮੈਂ ਪਰਮਾਤਮਾ ਕਿਵੇਂ ਹੋ ਜਾਵਾਂ। ਔਰ ਮੇਰੇ ਔਰ ਪਰਮਾਤਮਾ ਜਿਹੜੀ ਝੂਠ ਦੀ ਦੀਵਾਰ ਹੈ ਉਹ ਖਤਮ ਹੁੰਦਾ ਹੀ ਪਤਾ ਲੱਗਦਾ ਕਿ ਅਸੀਂ ਤਾਂ ਇੱਕੋ ਹੀ ਹਾਂ। ਅਸੀਂ ਇਹਨੂੰ ਦੁਬਾਰਾ ਵਿਚਾਰ ਕਰੀਏ, ਕਿਉਂਕਿ ਇਸ ਤਰ੍ਹਾਂ ਨਾਲ ਮਿਸ਼ਨ ਨੂੰ ਅਕਸਰ ਬਾਹਰ ਨਹੀਂ ਲੈ ਕੇ ਆਇਆ ਗਿਆ। ਮਿਸ਼ਨ ਦੀ ਡੈਫੀਨੇਸ਼ਨ ਬਿਲਕੁਲ ਅਲੱਗ ਤਰੀਕੇ ਨਾਲ ਸਮਝਾਈ ਜਾਂਦੀ ਹੈ, ਜਦੋਂ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਬਿਲਕੁਲ ਕਲੀਅਰ ਹੈ ਕਿ ਮੈਂ ਹਾਊ ਕੈਨ ਆਈ ਬਿਕਮ ਦ ਟਰੂਥ, ਮੈਂ ਪਰਮਾਤਮਾ ਕਿਵੇਂ ਹੋ ਜਾਵਾਂ, ਕਿਵ ਸਚਿਆਰਾ ਹੋਈ ਹੈ। ਇਹ ਤੇ ਮੈਨੂੰ ਇੱਕ ਝੂਠ ਦੀ ਦੀਵਾਰ ਹੈ ਜੋ ਰੋਕ ਕੇ ਬੈਠੀ ਹੈ ਕਿ ਮੈਂ ਪਰਮਾਤਮਾ ਨਹੀਂ ਹਾਂ। ਔਰ ਇਹਨੂੰ ਫਰਦਰ ਅੱਗੇ ਖੋਲ ਕੇ ਵੀ ਗੁਰੂ ਸਾਹਿਬਾਨ ਨੇ ਸਮਝਾਇਆ। ਪਹਿਲਾਂ ਤੇ ਅਸੀਂ ਇਹ ਦੇਖੀਏ ਕਿ ਗੁਰੂ ਸਾਹਿਬਾਨ ਸੈਲਫ ਰਿਅਲਾਈਜੇਸ਼ਨ ਦੇ ਲੈਵਲ ਤੋਂ ਥੱਲੇ ਆਏ ਨੇ, ਔਰ ਥੱਲੇ ਆ ਕੇ ਸਾਡਾ ਹੱਥ ਪਕੜਿਆ ਉਹਨਾਂ ਨੇ ਔਰ ਫਿਰ ਸਾਨੂੰ ਉੱਪਰ ਲੈ ਕੇ ਗਏ ਨੇ ਦੁਬਾਰਾ। ਸੋ ਗੁਰੂ ਨਾਨਕ ਸਾਹਿਬ ਕਲਾਈਮਸ ਡਾਊਨ ਟੂ ਪੁੱਲ ਅਸ ਅਪ। ਉਹ ਸੈਲਫ ਰਿਅਲਾਈਜੇਸ਼ਨ ਤੇ ਆਪ ਨੇ, ਪਰ ਕਿਉਂਕਿ ਅਸੀਂ ਨਹੀਂ ਆ ਤੇ ਸਾਨੂੰ ਸਿੱਧਾ ਨਹੀਂ ਉਠਾਇਆ ਜਾ ਸਕਦਾ। ਉਹ ਸਾਡੇ ਲੈਵਲ ਤੇ ਵੀ ਕਈ ਵਾਰ ਆ ਕੇ ਗੱਲਾਂ ਕਰਦੇ ਆ ਔਰ ਫਿਰ ਸਾਨੂੰ ਸਟੈਪ ਬਾਈ ਸਟੈਪ ਉੱਪਰ ਲੈ ਕੇ ਜਾਂਦੇ ਆ। ਜੋ ਅਸੀਂ ਕਹਿ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ ਮੈਂ ਪਰਮਾਤਮਾ ਕਿਵੇਂ ਹੋ ਜਾਵਾਂ, ਉਹ ਅੰਗ 441 ਤੇ ਬਿਲਕੁਲ ਖੋਲ ਕੇ ਸਪਸ਼ਟ ਕਰ ਦਿੱਤਾ ਹੈ। ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। O my mind, you are the embodiment of the divine light. Recognize your own origin. Or the moment we recognize that origin, we become the origin. ਇਸ ਦੇ ਬਾਰੇ ਕਿਸੇ ਨੂੰ ਕੋਈ ਵੀ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਐਸਾ ਮਿਸ਼ਨ ਹੈ ਜੋ ਕੰਪਨੀਆਂ ਨੇ, ਬੰਦੇ ਨੇ ਆਪਣਾ ਮਿਸ਼ਨ ਸੈੱਟ ਕਰਦੇ ਨੇ, ਮੇਰੀ ਕੰਪਨੀ ਦਾ ਇਹ ਮਿਸ਼ਨ ਹੈ। ਦੁਨੀਆ 'ਚ ਇਸ ਤੋਂ ਉੱਤੇ ਕੋਈ ਮਿਸ਼ਨ ਨਹੀਂ ਹੋ ਸਕਦਾ ਜੋ ਇਸ ਮਿਸ਼ਨ ਦੇ ਅੰਦਰ ਨਾ ਸਮਾ ਜਾਏ। ਕੋਈ ਕਹੇ ਮੇਰਾ ਇਹ ਮਿਸ਼ਨ ਹੈ, ਆਓ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਦਿਖਾਈਏ, ਉਹਦੇ ਵਿੱਚ ਤੁਸੀਂ ਸਮਾ ਜਾਓਗੇ ਕਿ ਮੈਂ ਪਰਮਾਤਮਾ ਕਿਵੇਂ ਹੋ ਜਾਵਾਂ। ਇਸ ਤੋਂ ਉੱਤੇ ਕੋਈ ਮਿਸ਼ਨ ਹੋ ਹੀ ਨਹੀਂ ਸਕਦਾ। ਅਸੀਂ ਇੱਕ ਡਿਸਕਸ਼ਨ ਸ਼ੁਰੂ ਕੀਤੀ ਸੀ, ਬੱਚਿਆਂ ਨਾਲ ਡਿਸਕਸ ਕੀਤਾ, ਬੜੀ ਡਿਟੇਲ 'ਚ ਗਏ ਔਰ ਉਹ ਜਦੋਂ ਕਾਲ ਕੀਤਾ ਅਸੀਂ ਕਿਹਾ ਤੁਸੀਂ ਅਜੇ ਸਲਾਈਡ ਨਹੀਂ ਸੀ ਦਿਖਾਈ, ਅਸੀਂ ਕਿਹਾ ਤੁਸੀਂ ਉੱਚੇ ਤੋਂ ਉੱਚਾ ਮਿਸ਼ਨ ਸੋਚੋ ਕੀ ਹੋ ਸਕਦਾ ਹੈ। ਫਿਰ ਫਾਈਨਲੀ ਸਭ ਨੇ ਦੇਖਿਆ ਸਾਰੇ ਦੇ ਸਾਰੇ ਮਿਸ਼ਨ ਉਸੇ ਮਿਸ਼ਨ 'ਚ ਸਮਾ ਜਾਂਦੇ ਨੇ ਕਿ ਮੈਂ ਪਰਮਾਤਮਾ ਕਿਵੇਂ ਹੋ ਜਾਵਾਂ। ਹਾਊ ਡੂ ਆਈ ਬਿਕਮ ਟਰੂਥ, ਕਿਵ ਸਚਿਆਰਾ ਹੋਈਏ। ਔਰ ਇਹ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਐਕਚੁਅਲ ਮਿਸ਼ਨ ਇਹੀ ਹੈ। ਉਹਨੂੰ ਡਿਫਰੈਂਟ ਵਰਡਸ ਅਸੀਂ ਕਹਿ ਦਿੰਦੇ ਹਾਂ, ਅਸੀਂ ਸੱਚ ਦੇ ਮਾਰਗ ਤੇ ਚਲੇ ਜਾਈਏ, ਇਹ ਹੋ ਜਾਏ ਉਹ ਹੋ ਜਾਏ, ਜੋ ਵੀ ਅਸੀਂ ਮਰਜ਼ੀ ਕਹੀਏ, ਬਟ ਐਕਚੁਅਲ ਮਿਸ਼ਨ ਸਾਨੂੰ ਨਹੀਂ ਭੁੱਲਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦਾ ਦਿੱਤਾ ਮਿਸ਼ਨ ਹੈ ਕਿ ਕਿਵ ਸਚਿਆਰਾ ਹੋਈਏ। ਹਾਊ ਡੂ ਆਈ ਬਿਕਮ ਗੋਡ, ਮੈਂ ਪਰਮਾਤਮਾ ਕਿਵੇਂ ਹੋ ਜਾਵਾਂ। ਇਹ ਹੰਕਾਰੀ ਦੀ ਸਟੇਟਮੈਂਟ ਲੱਗ ਸਕਦੀ ਹੈ, ਪਰ ਇਹਦੇ 'ਚ ਹੰਕਾਰ ਕੁਛ ਨਹੀਂ, ਕਿਉਂਕਿ ਮੈਂ ਤੇ ਪਰਮਾਤਮਾ ਹਾਂ ਹੀ ਨਹੀਂ, ਮੈਂ ਤਾਂ ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ ਹਾਂ। ਜਿਸ ਦਿਨ ਹੋ ਜਾਵਾਂਗੇ ਉਸ ਦਿਨ ਕਹਿਣ ਜੋਗੇ ਰਵਾਂਗੇ ਹੀ ਨਹੀਂ। तो एक ईगोइस्टिक स्टेटमेंट नहीं है, क्योंकि जिस दिन इंसान परमात्मा हो जाता है उस दिन फिर वो कहण जोगा भी नहीं रहता। सो फार सो गुड। हुण सानू वापस जाके देखना है कि होया की है हुण तक। पर्पस इज इंपॉर्टेंट फॉर लाइफ, वी कॉल इट मिशन, ये असीं डिस्कस कर चुके हैं। गुरु हेल्प्स अस टू डिफाइन द मिशन, ये असीं डिस्कस कर चुके हैं। आवर मिशन इज टू सर्च एंड बी द ट्रुथ। ये गुरु नानक साहब ने सानू मिशन दिता है। साडा एक चौथा सवाल होर सी कि वट हैपन्स टू द पर्पस विच आई हैव फॉर लिविंग। जो मैं सवेर तो शाम तक कर रहा उहदा हुण की बनेगा, उहदा कोई रिलेशन है दोनों च कि कोई नहीं है। असीं हुण जो शुरुआत कीती सी असीं ते यही किहा सी असीं सवेर तो शाम तक बिजी हाँ। असीं हुण क्विकली मास्लो नीड हायरार्की ते गुरु साहब दे जदों विचार देखांगे सानू बड़ा क्लीयर हो जाएगा कि गुरु साहब उहदे बारे की कह रहे हैं। So it's the time to establish a correlation between my daily actions and the mission. इन्होंने असीं आपस में जोड़ के एक बार देखिए।
सब नाल पहले है फिजियोलॉजिकल नीड, यानी कि मेरी शारीरिक जरूरतां। मास्लो दी लेवल 1 ऑफ हायरार्की। ते इत्थे सानू सेध है, भूखे भगत न कीजे ये माला अपनी लीजे। ये लेवल 1 ही दिखा रहा है, ये बगैर नहीं काम चलना। ये आम मनुख की गल है, ये कबीर दास जी नूं कोई प्रॉब्लम नहीं है, ना ही गुरु नानक साहब नूं प्रॉब्लम है। वो भुखे रह के भी कुछ ना कुछ कर लेंगे, पर ये आम बंदे नूं जब तक रोटी नहीं मिलेगी, कपड़ा नहीं मिलेगा, ये भुख सिर्फ रोटी की भुख नहीं है, ये भुख रोटी कपड़े मकान की भुख है, ये भुख बेसिक नीड्स की भुख है। असीं आम तौर पर रोटी की भुख कह देंगे हैं। सो भूखे मैं, अगर मेरी भुख कपड़े दी है, मेरे तन ते कपड़ा नहीं, वो भी मेरी भुख है। अगर मेरे सिर ते छत नहीं है, वो भी मेरी भुख है। अगर ये चीज़ां नहीं है तो परमात्मा वाला इंसान जाएगा, यदि स्कोप छड़ देना चाहिए। सो भूखे भगत न कीजिए ये माला। माला मतलब सिंबॉलिकली यूज किया है। आई देयरफॉर इंटरप्ट माई डिवोशनल लिंक विद यू। Everyone must work to win the bread। ਇਹਦੇ ਨਾਲ ਹੀ ਸਾਡੇ ਕੋਲ ਸੇਧ ਬਾਹਰ ਆਈ ਹੈ। दैट मीन्स हर एक ਨੂੰ ਕੰਮ ਕਰਨਾ ਪਏਗਾ ਤਾਂ ਕਿ ਉਹ ਅਰਨ ਕਰ ਸਕੇ। ਅਗਰ ਇਹ ਨੀਡ ਹੈ ਤੇ ਭੀਖ ਤੇ ਨਹੀਂ ਮੰਗਣੀ। ਅੱਗੇ ਉਹ ਵੀ ਆਂਦਾ ਸਾਡੇ ਬਾਣੀ 'ਚ ਬੜੀ ਕਲੀਅਰ ਹੈ। ਤੇ everyone must earn। ਇਹ ਨਹੀਂ ਅਸੀਂ ਘਰ ਬਾਹਰ ਛੱਡ ਕੇ ਜੰਗਲਾਂ ਜਾਣਾ ਹੈ, ਸਿਰਫ ਪੂਜਾ ਪਾਠ ਲੱਗੇ ਆ, ਕੋਈ ਹੋਰ ਮੇਰੀ ਰੋਟੀ ਦਾ ਅਰੇਂਜਮੈਂਟ ਕਰੇਗਾ। ਰੋਟੀ ਦਾ ਅਰੇਂਜਮੈਂਟ ਵੀ ਮੈਨੂੰ ਆਪ ਹੀ ਕਰਨਾ ਹੈ। ਸਾਨੂੰ ਬਾਹਰ ਜਾ ਕੇ ਜੰਗਲਾਂ ਜਾ ਕੇ जो भी होर दूसरे मैथड है उन्होंने तो रोकया गया। सो फ्री किचन एंड शेल्टर इज देयर फॉर नीडी पीपल। ठीक है, असी गुरपुरब के दिन जाके छक लिए इकट्ठे बैठ के, पर यह नहीं होना चाहिए कि मैं रोज लंगर ही छकन चला जाऊँ। वो नीडी लोगों लिए या जो बाहरों ट्रैवलर आए हैं, जो सफर कर रहे हैं, उन्होंने लिए। मैनू अपनी रोटी आप कमानी है। मैसेज नाल दे नाल बाहर आएंगे। हुण असी लैंदे हां लेवल 2 सेफ्टी नीड्स। गुरु साहब ने जो सेफ्टी की गल आई है तो अपनी सेफ्टी की गल ही सिर्फ नहीं की, गुरु साहब ने इसका लेवल बहुत उच्चा चुक दिता। कहते तुसीं अपनी सेफ्टी के नाल नाल दूसरियां दी सेफ्टी का भी ध्यान रखना है। इवन जो दूसरियां दे बेसिक ह्यूमन राइट्स हैं वो हैं, ना कि सेफ्टी ऑफ पोजीशन एंड पोजेशन। सेफ्टी एंड पोजीशन ऑफ पोजेशन तो ज़्यादा जरूरी है तुसीं दूसरियां दे राइट्स का ध्यान रखो। और गुरु साहबान कहते ने दो तरह के जिहड़े साडे कोल करेज होंदे ने, तुहानूं करेजियस बनना पेगा जे तुसीं सेफ होना चाहते हो। जे तुसीं अनसेफ ही रहोगे जे तुसीं करेजियस नहीं हो। और एक करेज साडे कोल दो तरह के होंदे हैं। एक तो है मॉरल करेज, जिन्होंने असीं नैतिक करेज कहते हैं, और जो दूसरा है वो है फिजिकल करेज, जो साडी शरीरिक शक्ति है। ये दोनों शक्तियां साडे कोल होणियां जरूरी हैं। और असीं ये देखते हैं कि हुण गुरु साहब दे विचार की हैं इहदे बारे, इन्हां शक्तियां बारे, ताकि असीं सेफ रह सकीए और दूसरे दी सेफ्टी और दूसरे दे राइट्स दी सेफ्टी का भी असीं ध्यान रख सकीए। ते गुरु साहब कहते ने सूरा सो पहचानिए जो लरे दीन के हेत, पुरजा पुरजा कट मरे कबहू न छाड़े खेत। पहली लाइन मॉरल करेज, सेकंड लाइन फिजिकल करेज। सूरा सो पहचानिए जो लड़े दीन के है, जो प्रिंसिपल्स दे पीछे लड़न नूं तैयार है। जो किसी होर दे प्रिंसिपल, गुरु तेग बहादुर साहब शहादत दे जाते हैं, गुरु गोबिंद सिंह जंगा लड़ रहे हैं प्रिंसिपल्स दे पीछे, गुरु अर्जन साहब शहीद हो रहे हैं, उस तो बाद शहीदियां दियां लाइन लग गई हैं। सूरा सो पहचानिए जो लड़े दीन के हेत, ऐसा जज्बा भर के गए हैं कि तुसी प्रिंसिपल्स की लड़ाई भी लड़नी है, वो भी सेफ रखने हैं। पुरजा पुरजा कट मरे, ये फिजिकल करेज की गल आ रही है। उत्थे अगर तुहानू लड़दे लड़दे मरना भी पवे तां भी तुसी एंड तक उन्नू प्रोटेक्ट करना है। दैट मीन्स तुहाडी सेफ्टी तो उत्ते प्रिंसिपल्स की सेफ्टी नू रख के गए हैं। सो जो मास्लोज नीड हायरार्की सेफ्टी की गल कर रहे हैं, गुरु साहबान की सोच उस तो बहुत अगे चल रही है। और वो सेफ्टी हर एक नू क्या है, किरपान भी पवा के गए ने, हर एक नू सेफ्टी की गल करके गए। मैं बहुत डिटेल्स नहीं जाना चाहता, तुसी सब समझदे ही हो। ब्रेवरी डिमांड्स गुड फिजिकल, मेंटल एंड साइकोलॉजिकल हेल्थ। उस तो बिना इंसान ब्रेव नहीं हो सकता। और सानू ब्रेव होने का हुक्म करके गए हैं गुरु साहबान। सो सेंट सोल्जर जो कॉन्सैप्ट है नाल नाल चलेगा। हुण असीं आंदे हां सोशल नीड्स, जो मास्लो दा लेवल 3 है। और इत्थे गुरु साहबान सानू बड़े ही प्यार नाल इत्मीनान साल समझाते कि ये नीड क्यों जरूरी है। कहते जह प्रसाद धर ऊपर सुख बसै,
ਸੁਤ ਭਰਾਤ ਮੀਤ ਬਨਿਤਾ ਸੰਗ ਹਸੈ। ਉਹ ਕਹਿੰਦੇ ਤੇ ਉਹਦੀ ਕਿਰਪਾ ਵੇ ਜਿਹਦੀ ਵਜ੍ਹਾ ਨਾਲ ਤੂੰ ਸੋਸ਼ਲ ਸੁੱਖ ਵੀ ਮਾਣ ਰਿਹਾ। ਇਹਦਾ ਮਤਲਬ ਗੁਰੂ ਸਾਹਿਬ ਦੀ ਇੰਪੋਰਟੈਂਸ ਨੂੰ ਪੂਰਾ ਅਹਿਮੀਅਤ ਦੇ ਰਹੇ ਨੇ। ਸੁਤ ਭਰਾਤ ਮੀਤ ਬਨਿਤਾ, ਇਹ ਸਾਰਾ ਜੋ ਤੇਰਾ ਪਰਿਵਾਰ ਹੈ, ਬੱਚੇ ਹੈ, ਵਾਈਫ ਹੈ, ਹਸਬੈਂਡ ਹੈ, ਦੋਸਤ ਹੈ, ਮੀਤ ਭਰਾ ਭੈਣਾਂ ਨੇ, ਇਹ ਸਭ ਜਿਹੜੇ ਨੇ ਇਹਨਾਂ ਦੇ ਵਿੱਚ ਜੋ ਤੂੰ ਹੱਸ ਰਿਹਾ ਹੈ, ਇਹ ਤੇ ਉਹਦੀ ਕਿਰਪਾ ਨੂੰ ਥੈਂਕਫੁਲ ਹੋ ਕਿ ਰੱਬ ਨੇ ਇੱਕ ਐਸਾ ਸਿਸਟਮ ਬਣਾਇਆ ਕਿ ਤੂੰ ਇਹਨੂੰ ਪੂਰੀ ਤਰ੍ਹਾਂ ਇੰਜੋਏ ਕਰ ਪਾ ਰਿਹਾ। ਸੋ ਸੋਸ਼ਲ ਲਾਈਫ ਇਜ਼ ਹਿਸ ਗਿਫਟ ਫਰਮ ਬਰਥ ਟਿਲ ਐਂਡ। ਪੈਦਾ ਹੋਣ ਤੋਂ ਲੈ ਕੇ ਇਸ ਦੁਨੀਆ ਨੂੰ ਛੋੜਨ ਤੱਕ ਇੱਕ ਸੋਸ਼ਲ ਲਾਈਫ ਸਾਨੂੰ ਗਿਫਟਿਡ ਹੈ, ਉਹ ਅਸੀਂ ਕ੍ਰੀਏਟ ਨਹੀਂ ਕੀਤੀ। ਪਰਮਾਤਮਾ ਨੇ ਉਹ ਸਾਨੂੰ ਐਜ਼ ਏ ਗਿਫਟ ਨਾਲ ਦਿੱਤੀ ਹੈ, ਵਿਦ ਫੁਲਫਿਲਮੈਂਟ ਥਰੂ ਫੈਮਿਲੀ ਐਂਡ ਫਰੈਂਡਸ। ਉਹ ਸਾਡੀਆਂ ਫੁਲਫਿਲਮੈਂਟ ਸਾਡੀਆਂ ਹੋ ਹੀ ਉੱਥੋਂ ਰਹੀਆਂ ਨੇ। ਅਸੀਂ ਇਕੱਲੇ ਪੈ ਜਾਈਏ ਤੇ ਨਾ ਅਸੀਂ ਰੋਟੀ ਜੋਗੇ ਹੋਵਾਂਗੇ, ਨਾ ਕੋਈ ਦੁਨੀਆ ਤੋਂ, ਸੋਸਾਇਟੀ ਤੋਂ ਸਾਨੂੰ ਬਹੁਤ ਕੁਝ ਲੈਣਾ ਹੈ, ਤੇ ਗੁਰੂ ਸਾਹਿਬ ਉਹਨੂੰ ਬਹੁਤ ਇੰਪੋਰਟੈਂਸ ਦੇ ਰਹੇ ਹਨ। ਸੋ ਸ਼ੁਰੂਆਤ ਇਹਦੀ ਕਿੱਥੋਂ ਹੈ? ਇੱਕ ਹੈਪੀ ਫੈਮਿਲੀ ਲਾਈਫ ਇਜ਼ ਪੋਸੀਬਲ when we sit together and laugh together। ਇਹਦੇ ਬਾਰੇ ਸ਼ਬਦ ਵੀ ਆਏ ਨੇ ਗੁਰੂ ਸਾਹਿਬਾਨ ਦੇ, ਉਹ ਅਸੀਂ ਪੂਰੀ ਡਿਟੇਲ 'ਚ ਨਹੀਂ ਜਾ ਰਹੇ, ਸੈਪਰੇਟ ਸ਼ਬਦ ਆਏ ਨੇ ਜਿੱਥੇ ਪਰਿਵਾਰ 'ਚ ਬੈਠ ਕੇ ਹੱਸਣਾ ਖੇਡਣਾ। ਦਿਸ ਇਜ਼ ਬੈਸਟ ਆਫ ਹਿਸ ਗਿਫਟਸ ਟੂ ਫॉर ਸੋਸ਼ਲਾਈਜੇਸ਼ਨ। ਸੋ ਗੁਰੂ ਸਾਹਿਬ ਨੇ ਇੱਕ ਹੋਰ ਵੀ ਸਾਨੂੰ ਗੱਲ ਕਹੀ ਹੈ ਕਿ ਗ੍ਰਸਥ ਜੀਵਨ ਦੇ ਵਿੱਚ ਵੀ ਜਾਣਾ ਹੈ, ਯੂ ਹੈਵ ਟੂ ਗੈਟ ਮੈਰਿਡ, ਫੈਮਿਲੀ ਲਾਈਫ ਫॉर एवरीवन ਇਜ਼ ਐਡਵਾਈਜ਼ਡ। ਇਹ ਗ੍ਰਸਥ ਜੀਵਨ ਦੀ ਇੰਪੋਰਟੈਂਸ ਵੀ ਗੁਰੂ ਸਾਹਿਬ ਨੇ ਦੱਸੀ ਹੈ ਤਾਂ ਕਿ ਸੋਸ਼ਲ ਲਾਈਫ ਦਾ ਇਹ ਐਸਪੈਕਟ ਮਿਸ ਨਹੀਂ ਹੋਏ। ਇਹ ਸੀ ਗੁਰੂ ਸਾਹਿਬਾਨ ਦੇ ਵਿਚਾਰ ਔਨ ਸੋਸ਼ਲ ਨੀਡਸ। ਹੁਣ ਅਸੀਂ ਇਹ ਦੇਖਦੇ ਹਾਂ ਸੋਸ਼ਲ ਨੀਡਸ ਤੇ ਇਹ ਨਹੀਂ ਕਿ ਸਿੰਪਲੀ ਸਿਰਫ ਨੀਡ ਹੈ ਔਰ ਮੀਟ ਹੋ ਰਹੀ ਹੈ। ਗੁਰੂ ਸਾਹਿਬ ਸਾਨੂੰ ਚੇਤਾਵਨੀਆਂ ਵੀ ਦੇ ਰਹੇ ਹਨ। ਗੁਰੂ ਸਾਹਿਬ ਇਹ ਕਹਿ ਰਹੇ ਸੋਸ਼ਲ ਨੀਡ ਇੰਪੋਰਟੈਂਟ ਹੈ, ਪਰ ਕਿਤੇ ਤੁਸੀਂ ਜਰਕ ਵੀ ਖਾ ਸਕਦੇ ਹੋ, ਝਟਕਾ ਵੀ ਖਾ ਸਕਦੇ ਹੋ। ਸੁਣ ਲਓ ਕੀ ਹੋਏਗਾ। कबीर मन पंखी बयो उड़ उड़ दह दिस जाए, जो जैसी संगत मिले सो तैसो फल खाए। Like a bird our desires fly in different directions, but fruit we enjoy depends upon which tree the bird is sitting। वो जेड़ी मेरी संगत है, जिवें पक्षी किस ते बैठा है उसी डाल दा फल खाएगा, उसी तरह जेड़ी मेरी संगत है मैं उसी तरह के कर्मां विचकार अट्रैक्ट होवांगा। अगर मेरी संगत दे कर्म गलत हैं तो चांसेस हैं मैं भी उत्थों उठा लवांगा वो कर्म और मेरे कर्म भी गलत होंगे। और अगर मेरी संगत साथ संगत ही है जिन्हां विच परमात्मा की डिस्कशन चल रही है, परमात्मा बारे विचार हो रही है, तो मेरे जिहड़े फल होणगे वो भी मिठे फल होणगे। सो गुरु साहबान इत्थे चेतावनी दे रहे हैं कि सोशल लाइफ जदों डिसाइड करो ਤੇ ਤੁਹਾਨੂੰ ਧਿਆਨ ਰਹੇ ਕਿ ਮੇਰੀ ਸੋਸ਼ਲ ਲਾਈਫ ਐਸੀ ਤੇ ਨਹੀਂ ਹੈ ਕਿ ਜਿਹਦੇ ਨਾਲ ਮੈਨੂੰ ਗਲਤ ਫਲ ਜਾਂ ਗਲਤ ਡਿਜ਼ਾਇਰਸ ਵੀ ਪੈਦਾ ਹੋ ਰਹੀਆਂ ਹੋਣ। ਸੋ ਕੌਸ਼ਨ ਇਜ਼ ਇਨ ਦਾ ਗਰੋਇੰਗ ਏਜ ਦਾ ਡਿਜ਼ਾਇਰਸ ਆਰ ਇਨਿਊਮਰੇਬਲ। ਜਦੋਂ ਇਨਸਾਨ ਟੀਨ ਏਜ ਵਿੱਚ ਐਂਟਰ ਕਰਦਾ ਨਾ, ਬੜੀਆਂ ਨਵੀਆਂ ਡਿਜ਼ਾਇਰਸ ਜਾਗ ਰਹੀਆਂ ਹੁੰਦੀਆਂ। ਐਂਡ ਅ ਮੈਨ ਇਜ਼ ਵੀਕ, ਉਸ ਟਾਈਮ ਉਹ ਮੈਚਿਓਰ ਨਹੀਂ ਹੁੰਦਾ। ਅੱਗੇ ਸ਼ਬਦ ਵੀ ਆਏਗਾ ਉਹਦੇ ਬਾਰੇ, 12 ਬਰਸ ਬਾਲਪਨ ਬੀਤੇ 20 ਬਰਸ ਕਸ਼ਤਪਨਾ ਕੀ, ਉਹ ਅਸੀਂ डिस्कस करांगे। There is every possibility that life may fall apart in the company of misleading people। ਤੁਹਾਡੀ ਸਾਰੀ ਜ਼ਿੰਦਗੀ ਤੈਸ ਨੈਸ ਹੋ ਸਕਦੀ ਹੈ, ਪਰਪਸ ਦੀ ਡਾਇਰੈਕਸ਼ਨ ਤੋਂ ਹਟ ਸਕਦੀ ਹੈ, ਸਭ ਕੁਝ ਤਬਾਹ ਹੋ ਸਕਦਾ ਅਗਰ ਤੁਹਾਡੀ ਡਾਇਰੈਕਸ਼ਨ ਠੀਕ ਨਹੀਂ ਹੈ। ਸੋ ਲੈਵਲ 3 ਤੇ ਜਿੱਥੇ ਗੁਰੂ ਸਾਹਿਬਾਨ ਸੋਸ਼ਲ ਨੀਡਸ ਦੀ ਇੰਪੋਰਟੈਂਸ ਦੱਸ ਰਹੇ ਹਨ, ਉੱਥੇ ਹੀ ਨਾਲ ਕਾਸ਼ਨ ਵੀ ਕਰ ਰਹੇ ਹਨ। ਸੋ ਗੁਰੂ ਸਾਹਿਬ ਨੇ ਗੁਰਬਾਣੀ 'ਚ ਹਰ ਚੀਜ਼ ਦਾ ਧਿਆਨ ਰੱਖਿਆ। So be in the company of ਸਾਧ ਸੰਗਤ the noble people, right? ਹੁਣ ਅਸੀਂ ਚੱਲਦੇ ਹਾਂ ਲੈਵਲ 4 ਤੇ। Is there anything wrong with ecstatic life? ਮਤਲਬ ਜੀ ਸਾਨੂੰ ਪਰਮਾਤਮਾ ਦੇ ਰਿਹਾ ਤੇ ਉਹਦੇ 'ਚ ਕੁਝ ਗਲਤ ਹੈ? ਅਸੀਂ ਕਹੀਏ ਸਾਡੇ ਕੋਲ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ, ਵਧੀਆ ਰਹਿਣਾ, ਵਧੀਆ ਖਾਣਾ ਪੀਣਾ, ਕੋਈ ਦਿੱਕਤ ਹੈ ਕਿ ਉਹਦੇ 'ਚ? ਇਹ ਕੁਐਸਚਨ ਨਾਲ ਆਉਂਦਾ। ਐਸਟੀਮ ਨੀਡਸ ਹੈ, पोजेशन है और पावर्स भी हैं। अपने दोनों तरह पोजेशन एंड पावर सारियां नाल ने। ਉਹਦੇ 'ਚ ਕੋਈ ਦਿੱਕਤ ਹੈ? ਆਮ ਤੌਰ ਤੇ ਲੋਕ ਕਹਿੰਦੇ ਇਹ ਤੁਸੀਂ ਆਪਣੀ ਜ਼ਿੰਦਗੀ ਇਹਨਾਂ 'ਚ ਲਗਾ ਰਹੇ ਹੋ, ਇਹ ਕੀ ਕਰ ਰਹੇ ਹੋ, ਸਭ ਕੁਝ ਹੈ। ਗੁਰੂ ਸਾਹਿਬ ਨੇ ਐਕਚੁਅਲੀ ਉਹਨੂੰ ਅਪਰੂਵ ਕੀਤਾ। ਗੁਰੂ ਸਾਹਿਬ ਕਹਿੰਦੇ ਜੈ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਭੋਜਨ ਕਰ ਰਿਹਾ, ਉਸ ਠਾਕੁਰ ਨੂੰ ਵੀ ਤੂੰ ਮਨ ਵਿੱਚ ਰੱਖ।
जय प्रसाद सुगंधत तन लावे, तिसको सिमरत परम गत पावे। By his grace you apply scented oils to the body, remembering him the supreme status is achieved। ला ले, खा ले 36 तरह के भोजन, सेंट लाने, जो करना है कर लो। कित्थे रुकना है ये तां समझ आएगी जदों असीं इस सुप्रीम दे नाल जुड़े हां। अगर असीं नहीं जुड़े तो असीं उहदे विच उलझे होए हां। इस करके लगा लो, कोई दिक्कत नहीं है। तुसीं किसी दा नुकसान नहीं कर रहे हो। प्रोग्रेसिव सोसाइटी है, किसी दा बिजनेस होएगा, तुसीं उस बिजनेस नूं वाधा कर रहे हो, सोसाइटी उहदे ते खड़ी है, तुसीं लवो, जिस तरह करना है करो, पर नाल दे नाल इह ना भुल जाओ जिन्ने दित्ते हैं ਉਹਨੂੰ ਤੁਹਾਨੂੰ ਮਨ ਦੇ ਵਿੱਚ, ਹਿਰਦੇ ਵਿੱਚ ਰੱਖਣਾ ਹੈ। ਸੋ ਇਹ ਪ੍ਰੋਗਰੈਸਿਵ ਸੋਸਾਇਟੀ ਕੰਟੀਨਿਊਸ ਟੂ ਇਨਵੈਂਟ ਐਂਡ ਇੰਪਰੂਵ ਫॉर ਬੈਟਰ ਕੁਆਲਿਟੀ ਆਫ ਲਾਈਫ ਫॉर एवरीवन। ਇਹ ਸਾਨੂੰ ਰਿਸਪੈਕਟਫੁਲੀ ਲੈਣਾ ਚਾਹੀਦਾ ਕਿ ਪ੍ਰੋਗਰੈਸਿਵ ਸੋਸਾਇਟੀ ਜਿਹੜੀ ਹੈ, ਇਨਵੈਂਸ਼ਨਸ ਵੀ ਹੋਣਗੀਆਂ, ਨਵੀਆਂ ਚੀਜ਼ਾਂ ਆਣਗੀਆਂ, ਘਰ ਵਿਚਕਾਰ ਨਵੇਂ ਗੈਜਟਸ ਆਣਗੇ, 에ਅਰ ਕੰਡੀਸ਼ਨ ਕਮਰਿਆਂ 'ਚ ਬੈਠੋ, ਬੜੀ ਖੁਸ਼ੀ ਦੀ ਗੱਲ ਹੈ। ਇਹ ਵੀ ਚਾਹੋ ਬਾਕੀ ਵੀ ਸਭ ਬੈਠਣ, ਕੋਈ ਹਰਜ ਨਹੀਂ ਹੈ। बट बीइंग प्रोग्रेसिव इज द रूल ऑफ नेचर ऑल्सो, क्योंकि इंसान नूं दिमाग दिता वो उस पासे जाएगा ही जाएगा, एंड इट्स ए वेलकम साइन। हुण असीं ये देखना कि प्रोग्रेसिव होने दे नाल नाल सानूं कॉशन की दित्ती है। एक्चुअली लेवल 4 वो लेवल है स्टीम नीड्स का, जिथे इंसान सब नाल ज़्यादा जाके स्टक हुंदा। असीं कहा सी करीब 70% बंदे जिहड़े रह गए ने, जो लेवल 1 तो उपर उठे हैं बेसिक नीड्स तो, इत्थे आके फस जाते हैं। इत्थे आगे ऐसा फसदे हैं कि फिर वो सारा दा सारा जो मिशन सामने रखा सी वो भुल चुका हुंदा है। सो असीं देखते हैं गुरु साहब ने इत्थे की सानू सेध दित्ती है। कहंदे बाबा होर खाना खुशी खुआर, जित खादे तन पीड़िए मन में चले विकार। बाबा होर पहनन खुशी खुआर, जित पैदे तन पीड़िए मन में चले विकार। खाओ पर वो ना खाना जिहदे खाण नाल तुहाडे तन नूं भी पीड़ा होए और दिल विच गंदे और भैड़े विचार आण। वो कोई चीज़ तुहाडी इनटेक नहीं होनी चाहिए जिन्नू लैण तो बाद तुसीं अपनी मत छड्ड जाओ, तुहानूं सोझी खत्म हो जाए, तुहानूं ये ना समझ आए कि मैं की बोल रहा। जित खादे तन पीड़िए मन में चले विकार। वही कपड़े भी ऐसे ना पाओ जिहदे नाल मन विच विकार उठण। एक शांति आए, एक प्यार जागे, एक तरह का ऐसा माहौल जागे जिथे साथ संगत टाइप होए। वो मना तो नहीं कर रहे कि नहीं करो, पर कॉशन कर रहे हैं। इत्थे कह रहे हैं कि ऑल आवर इनटेक्स फॉर नॉरिशमेंट हैव टू बी केयरफुली चूजन। अगे चलते हैं, अजे होर क्वेश्चंस आ रही हैं, क्योंकि इसी लेवल से सब नाल ज्यादा फसे हैं। गुरु साहबान मैं देख रहा सी गुरु ग्रंथ साहब सब नाल ज्यादा क्वेश्चन ही लेवल 4 दियां ने, और हालांकि मना उन्होंने नहीं किया कि तुसी एंजॉय ना करो। कहते इत्थे आंदे आंदे इंसान दा ते बिहेवियर ही बदल जाता। करतूत पशु की मानस जात। इत्थे आंदे आंदे ते हुण पशु आकण बिहेव करता है। लोक पचारा करे दिन रात। हुण ते अपना दिखावा ऐसा शुरू हो चुका है कि मैं किया देखो जी, लोग पचारे च पै गया। बाहर भेख अंतर मल माया। बाहर ते बहुत उन्हें अपना खूबसूरत दिखाता है, अंदरों कित्थे उहदे कालक होर जम रही है कि ए किस तरह अचीव करा, ओ किस तरह करा। गलत रस्तियां नूं भी छोड़न नूं तैयार नहीं है। छपस नाए कच करे छपाया, बाहर ज्ञान ध्यान निस्नान। सच पूछो तो बड़े लार्ज मेजोरिटी ऑफ गुरुद्वारे जान वालियां दा भी शायद कितों अंदरों दी है कि मेरी ये डिजायर भी तो पूरी करो गुरु साहब। मैं एडी लंबी लिस्ट रोज दे जांदा, तुसी 10 तो 6 दे दित्तियां, बाकी 4 दे तुसी पूरियां ही नहीं कर रहे। तो बाहर ज्ञान ध्यान निस्नान, अंतर व्यापे लोभ सुआन। अंदर लोभ दा कुत्ता बैठा होया, लोभ दा कुत्ता जिहड़ा लगातार झांक रहा होने कि तू मीट लभे मैनू होर। अंतर अगन बाहर तन स्वा। फाइनली हो कि रहा अंदर अग लगी हुई है, तन ते तू स्वा लगा के दिखा रहे हैं कि मैं तो कितना सिंपल हाँ। गल पत्थर कैसे तरे अथा। गल च पत्थर पाल लिया, हुण कहंदा मैं तैरना है। ये सारे ते पत्थर तुसी पाल ले हैं, हुण तुसी तैरोगे कित्थे। सो एक कंप्लीट हिपोक्रेसी है। व्हाट मैन इज एंड व्हाट ही अपीयर्स टू बी आर टू डिफरेंट पर्सनैलिटीज। To a large extent, a large number of us have dual personality. असी किसी दूसरे दे अगे कुछ होर होंदे आ, असी रियलिटी च कुछ होर होंदे आ। ये सच्चाई है, और सानू इसनू समझ के ही बाहर आना पेगा, सोच के कि असी एक किवें हो जाइए। जब तक एक नहीं होवांगे तो रब नाल भी एक ही होवांगे। वो साडा मिशन फेल कर रहा है।
ਅਸੀਂ ਰੱਬ ਨਾਲ ਇੱਕ ਹੋਣ ਦੀ ਗੱਲ ਕਰ ਰਹੇ ਹਾਂ, ਅਸੀਂ ਤੇ ਮਨੁੱਖਾਂ ਨਾਲ ਇੱਕ ਹੋ ਕੇ ਤਿਆਰ ਨਹੀਂ ਹੈ, ਅਸੀਂ ਦੋ ਮਨੁੱਖਾਂ ਨਾਲ ਵੱਖਰੇ ਹੋ ਜਾਈਦਾ। There is a big danger if we are stuck in level 4 aspirations। ਇਸ aspirations ਨੂੰ ਆਣ ਦਿਓ, ਕੋਈ ਹਰਜ ਨਹੀਂ ਹੈ, ਪਰ ਅਸੀਂ ਸਟਕ ਨਹੀਂ ਆ। ਖੁਸ਼ੀ ਹੈ, ਆਓ ਬੜੀ ਖੁਸ਼ੀ ਨਾਲ ਆਏ, ਕੁਝ ਵੀ ਮਿਲ ਰਿਹਾ ਪਰਮਾਤਮਾ ਦੇ ਰਿਹਾ, ਅਸੀਂ ਗ੍ਰੇਸਫੁਲੀ ਐਕਸੈਪਟ ਕਰੀਏ ਉਹਨੂੰ, ਪਰ ਉਹਨੂੰ ਨਾ ਭੁੱਲ ਜਾਈਏ ਤਾਂ ਕਿ ਅਸੀਂ ਰਾਹ ਨਾ ਛੱਡ ਜਾਈਏ। ਅਜੇ ਵੀ ਕੌਸ਼ਨ ਹੋਰ ਆ ਰਹੀਆਂ ਨੇ ਜੀ। ਹੁਣ ਗੁਰੂ ਸਾਹਿਬ ਇੱਥੇ ਕਹਿੰਦੇ ਆ ਕਿ ਜੋ ਛੱਡਣਾ ਸੂ ਅਸਥਿਰ ਕਰਮਾਂ ਨੇ। ਹੌਲੇ ਹੌਲੇ ਅਵਸਥਾ ਇਹ ਹੋ ਗਈ ਹੈ ਕਿ ਹੁਣ ਜਾਣ ਦਾ ਵੀ ਟਾਈਮ ਆ ਗਿਆ, ਪਰ ਇਹ ਚੀਜ਼ਾਂ ਲੱਗਦੀਆਂ ਇਹੀ ਜੋ ਜੋ ਛੋੜਨਾ, ਇਹ ਲੱਗਦਾ ਇਹੀ ਨਾਲ ਜਾਣੀਆਂ। ਜਿਵੇਂ ਜੋ ਹੋਵਨ ਸੋ ਦੂਰ ਪਰਾਨੇ, ਜੋ ਹੋਣਾ ਸੀ ਉਹ ਤੇ ਦੂਰ ਹੋ ਚੁੱਕਾ ਹੈ। ਛੋੜ ਜਾਏ ਇਸਕਾ ਸ਼ਰਮ ਕਰੇ, ਜੋ ਜੋ ਛੋੜ ਕੇ ਜਾਣਾ ਮੇਰਾ ਸਾਰਾ ਐਫਰਟ ਉਸ ਲਈ ਹੈ, ਜੋ ਨਾਲ ਜਾਣਾ ਉਹਦੇ ਲਈ ਕੋਈ ਐਫਰਟ ਨਹੀਂ ਹੈ। ਇਹ ਨਹੀਂ ਕਿ ਨਾਲ ਕੁਛ ਨਹੀਂ ਜਾਣਾ। ਲਿਖ ਰਹੇ ਨੇ ਸੰਗ ਸਹਾਈ ਤਿਸ ਪਰ ਹਰੇ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਹਾਡੇ ਨਾਲ ਕੁਛ ਨਹੀਂ ਜਾਣਾ, ਗੁਰੂ ਸਾਹਿਬ ਨੇ ਕਿਹਾ ਤੁਹਾਡੇ ਕਰਮ ਜਾਣੇ ਨੇ, ਔਰ ਉਹ ਕਰਮਾਂ ਦਾ ਲੇਖਾ ਜੋਖਾ ਕੰਟੀਨਿਊਸ ਹੋ ਰਿਹਾ। ਤੇ ਮੇਰਾ ਸਾਰਾ ਐਫਰਟ ਹੈ ਉਹ ਚੀਜ਼ਾਂ ਜਿਹੜੀਆਂ ਕੱਲ ਸਡਨਲੀ ਮੇਰੀਆਂ ਨਹੀਂ ਹੋਣੀਆਂ, ਔਰ ਜੋ ਨਾਲ ਜਾਣਾ ਉੱਥੇ ਖਾਲੀ ਹੱਥ ਖੜਾ ਹੋਵਾਂਗਾ, ਮੇਰੇ ਕੋਲ ਤੇ ਕੁਛ ਵੀ ਨਹੀਂ ਲੈ ਕੇ ਆਇਆ ਜੀ। ਸੋ ਸਾਨੂੰ ਬੜੇ ਪਿਆਰ ਨਾਲ ਸਮਝਾ ਰਹੇ ਨੇ, ਇੰਜੋਏ ਕਰੋ, ਖੂਬ ਰੱਖੋ, ਕੋਈ ਦਿੱਕਤ ਨਹੀਂ ਹੈ, ਇਹਦੇ 'ਚ ਉਲਝ ਨਾ ਜਾਣਾ, ਸਟਕ ਨਾ ਹੋ ਜਾਣਾ। ਅਜੇ ਵੀ ਇੱਕ ਹੋਰ ਅੱਗੇ ਕੁਐਸਚਨ ਆਏਗੀ, ਵਟ ਲੁਕਸ ਰੀਅਲ ਮੇ ਬੀ ਐਨ ਇਲੂਜਨ। ਇਸ ਕਰਕੇ ਜਿਹਨੂੰ ਅਸੀਂ ਰੀਅਲ ਸਮਝਿਆ ਉਹ ਸਭ ਇਲੂਜਨ ਹੈ। The big price one has to pay। ਫਾਈਨਲੀ ਹੋ ਕੀ ਰਿਹਾ ਹੁਣ ਅਖੀਰ 'ਚ ਆ ਕੇ ਕੀ ਆ ਗਈ ਗੱਲ। ਇਸ ਸ਼ਬਦ ਦਾ ਜ਼ਿਕਰ ਸ਼ਾਇਦ ਪਿਛਲੀ ਮੀਟਿੰਗ ਵਿੱਚ ਵੀ ਆਇਆ। ਕਹਿੰਦੇ ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚੋ ਘਰ ਘਰ ਬਾਰ। ਇਹ ਰਿਜ਼ਲਟ ਦੇਖ ਲਓ ਜੀ। ਕਹਿੰਦੇ ਦ ਮੰਕੀ ਸਟ੍ਰੈਚਿਸ ਆਊਟ ਇਟਸ ਹੈਂਡ, ਉਹ ਕ੍ਰੇਜ਼ੀ ਮਾਈਂਡ, ਬੰਦਰ ਜਿਹੜਾ ਨਾ ਮਟਕੇ 'ਚ ਹੱਥ ਪਾ ਰਿਹਾ, ਜਿੱਦਾਂ ਮੂੰਹ ਬੜਾ ਛੋਟਾ, ਅੰਦਰ ਚਨੇ ਦੇ ਦਾਣੇ ਆ, ਅੰਦਰ ਉਹਨੇ ਚਨੇ ਦੇ ਦਾਣੇ ਭਰ ਲਿਆ, ਹੁਣ ਮੁੱਠੀ ਹੋ ਗਈ ਵੱਡੀ, ਹੁਣ ਮੁੱਠੀ ਬਾਹਰ ਨਹੀਂ ਆ ਰਹੀ, ਹੁਣ ਮੁੱਠੀ ਫਸੀ ਹੈ। ਜੇ ਹੱਥ ਬਾਹਰ ਕੱਢਣਾ ਤੇ ਚਨੇ ਛੱਡਣੇ ਪੈਣਗੇ, ਔਰ ਚਨੇ ਛੱਡਣ ਤੇ ਮਨ ਨਹੀਂ ਹੈ। ਹੁਣ ਮਦਾਰੀ ਜੀ ਆ ਗਏ ਨੇ, ਮਦਾਰੀ ਨੇ ਇਸ ਬੰਦਰ ਨੂੰ ਫੜ ਲਿਆ, ਔਰ ਇਹ ਹੁਣ ਹਰ ਘਰ ਦੇ ਬਾਹਰ ਆ ਕੇ ਡਾਂਸ ਕਰੇਗਾ। ਇਸ ਬੰਦਰ ਨੇ ਹੁਣ ਡਾਂਸ ਹੀ ਕਰਨਾ, ਕਿਉਂਕਿ ਇਹਦੇ ਕੋਲ ਚਨੇ ਨਹੀਂ ਛੋੜੇ ਗਏ। ਮਦਾਰੀ ਦੀ ਟੈਕਟ ਸੀ। ਰੱਬ ਨੇ ਵੀ ਇੱਕ ਇਲੂਜਨ ਦੀ ਗੇਮ ਪਾਈ ਹੈ, ਅਸੀਂ ਇਹ ਸਮਝ ਜਾਈਏ। ਐਸਾ ਨਹੀਂ ਹੈ ਕਿ ਪਰਮਾਤਮਾ ਨੇ ਨਹੀਂ ਪਾਈ, ਪਰਮਾਤਮਾ ਨੇ ਇਲੂਜਨ ਦੀ ਗੇਮ ਪਾਈ ਹੈ, ਨਾਲ ਹੀ ਗੁਰੂ ਭੇਜਿਆ ਇਹਨਾਂ ਨੂੰ ਸਮਝਾਉਣ ਲਈ ਕਿ ਇਹ ਗੇਮ ਤੇ ਚੱਲਣੀ ਹੈ, ਪਰ ਇਹ ਨਾ ਹੋਏ ਤੁਸੀਂ ਵੀ ਚਨੇ ਦੇ ਦਾਣੇ ਐਸੇ ਕੱਸ ਕੇ ਫੜੋ ਕਿ ਮੁੱਠੀ ਤੋਂ ਛੋੜਨ ਤੇ ਮਨ ਨਹੀਂ ਕਰ ਰਿਹਾ, ਹੱਥ ਬਾਹਰ ਨਹੀਂ ਆ ਰਿਹਾ, ਹੁਣ ਮਦਾਰੀ ਨੇ ਫੜ ਲਿਆ, ਹੁਣ ਘਰ ਘਰ ਮੈਨੂੰ ਡਾਂਸ ਕਰਨਾ ਪਿਆ। ਸੋ ਨਾਚਿਓ ਘਰ ਘਰ ਬਾਹਰ, ਇਹ ਫਾਈਨਲ ਰਿਜ਼ਲਟ ਹੋ ਗਿਆ ਜੀ। ਇਹ ਲੈਵਲ 4 ਤੇ ਆ ਕੇ ਐਸੇ ਫਸੇ ਅਸੀਂ। ਅਗਰ ਇੱਕ ਲੈਵਲ 1 ਦਾ ਬੰਦਾ ਜਿਹਨੂੰ ਭੁੱਖ ਲੱਗੀ ਹੈ, ਵਿਸ਼ਵਾਸ ਜਾਣਿਓ, ਉਹ ਚੋਰੀ ਵੀ ਕਰ ਲੈਂਦਾ, ਉਹ ਚੋਰੀ ਨਹੀਂ ਗਿਣੀ ਜਾਏਗੀ। ਉਹਦੀ ਨੀਡ ਹੈ, ਕਿਸੇ ਤਰ੍ਹਾਂ ਉਹਨੂੰ ਜ਼ਿੰਦਾ ਰਹਿਣਾ ਜ਼ਰੂਰੀ ਹੈ, ਉਹਦੇ ਲਈ ਇੱਕ ਇੰਪੋਰਟੈਂਟ ਹੈ। ਸਿਰਫ ਅਗਰ ਭੁੱਖ ਮਿਟਾਉਣ ਲਈ ਕੁਝ ਉਠਾ ਲੈਂਦਾ ਤੇ ਉਹਦੇ 'ਚ ਸ਼ਾਇਦ ਪਾਪ ਨਹੀਂ ਹੈ। ਪਰ ਇੱਥੇ ਇਨਸਾਨ ਜੋ ਸ਼ੋਅ ਕਰ ਰਿਹਾ ਮੇਰੇ ਕੋਲ ਇੰਨਾ ਕੁਛ ਹੈ, ਔਰ ਕਿੱਥੋਂ ਕਿੱਥੋਂ ਉਹਨੇ ਇਕੱਠਾ ਕੀਤਾ ਹੈ, ਉਹ ਇੱਕ ਤਰ੍ਹਾਂ ਦਾ ਪਾਪ ਬਣ ਕੇ ਸਾਹਮਣੇ ਆਏਗਾ। ਸੋ ਇਹ ਸਨ 4-5 ਸੇਧ ਲੈਵਲ 4 ਤੇ, ਜਿੱਥੇ ਕਹਿ ਰਹੇ ਨੇ ਕਿ ਜੈ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ, ਰੱਖ ਤੂੰ ਖਾ ਲੈ 36 ਤਰ੍ਹਾਂ ਦੇ ਅੰਮ੍ਰਿਤ, ਲਗਾ ਲੈ ਸੈਂਟ, ਕੋਈ ਦਿੱਕਤ ਨਹੀਂ ਹੈ, ਪਰ ਇੱਥੇ ਫਸਿਆ ਨਾ ਰਹੀ, ਕਿਉਂਕਿ ਉੱਪਰ ਜਾਣਾ ਇੱਕ ਲੈਵਲ ਅਜੇ ਹੋਰ ਹੈ। ਉੱਧਰ ਨੂੰ ਮੂਵ ਕਰ ਜਾਓ ਜਿੰਨੀ ਜਲਦੀ ਹੋ ਸਕੇ, ਫਿਰ ਕੀ ਛੁੱਟਣਾ ਉਹ ਤੁਹਾਨੂੰ ਸਮਝ ਆ ਜਾਏਗਾ। So now Guru holds our hand to pull us out of this crazy greed। ਇੱਥੇ ਗੁਰੂ ਦੀ ਸਾਨੂੰ ਲੋੜ ਪਏਗੀ, ਜਿਹਨੇ ਸਾਨੂੰ ਬਾਹਰ ਕੱਢ ਕੇ ਲਿਆਣਾ। ਅਸੀਂ ਆਪਣੇ ਆਪ ਬਾਹਰ ਨਹੀਂ ਆ ਸਕਦੇ। ਹੁਣ ਅਸੀਂ ਗੱਲ ਕਰੀਏ ਮੂਵਿੰਗ ਟੂਵਰਡਸ ਮਿਸ਼ਨ ਲੈਵਲ 5 ਦੀ ਸੈਲਫ ਐਕਚੁਅਲਾਈਜੇਸ਼ਨ। ਔਰ ਸੈਲਫ ਐਕਚੁਅਲਾਈਜੇਸ਼ਨ ਤੇ ਜੋ ਸ਼ਬਦ ਹੈ ਉਹ ਸਭ ਨੂੰ ਯਾਦ ਹੈ ਪੂਰੀ ਤਰ੍ਹਾਂ, ਅਸੀਂ ਸਭ ਜਾਣਦੇ ਹਾਂ ਉਹ ਸ਼ਬਦ। ਉਹ ਹੈ ਸੇਵਾ ਕਰਤ ਹੋਏ ਨੈਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਲੈਵਲ 5 ਤੇ ਗੁਰੂ ਸਾਹਿਬ ਕਰਦੇ, ਤੂੰ ਸੇਵਾ ਕਰਦਾ ਕਰਦਾ ਜਦੋਂ ਨਿਸ਼ਕਾਮ ਹੋਏਗਾ, ਜਦੋਂ ਸੈਲਫਲੈਸ ਹੋ ਜਾਏਗਾ ਤੇ ਪਰਮਾਤਮਾ ਤੱਕ ਪਹੁੰਚ ਹੀ ਜਾਏਗਾ। ਹੁਣ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਮਾਰਗ ਇਹ ਵੀ ਹੈ, ਅਸੀਂ ਅੱਗੇ ਡਿਟੇਲ 'ਚ ਗੱਲ ਕਰਾਂਗੇ ਜਦੋਂ ਗੁਰੂ ਸਾਹਿਬ ਨੇ ਕੀ ਮਾਰਗ ਡਿਫਾਈਨ ਕੀਤਾ, ਉਸ ਸਾਡੇ ਟੌਪਿਕ ਅਜੇ ਆਣੇ ਆ।
पर अज दे टॉपिक अगर असी देखिए तो सिर्फ इतना कह रहे हैं, सेवा करत हुए नेकामी जिसको होत प्राप्त स्वामी। एक स्टैंप लगा रहे हैं कि अगर सेल्फलेस हो गए, द पाथ टुवर्ड सेल्फ रियलाइजेशन इज थ्रू सेल्फ एक्चुअलाइजेशन एंड सेल्फलेस सर्विस। एक तो मेरे अंदरों दी कर रहा, मेरी आवाज आ रही है करो, ये नहीं मैंने किसी ने कहा। सेल्फ एक्चुअलाइजेशन मतलब मैं आपे उठ के करन नूं तैयार हाँ, और मैं कर भी सेल्फलैसली रहा, मैनूं उहदे चों कुछ नहीं चाहिए। अगर उस लैवल ते पहुंच गए तो तुसी परमात्मा ही हो जाओगे, क्योंकि परमात्मा भी सेल्फलैसली कर रहा। परमात्मा अगे असीं डिस्कस करांगे उस टॉपिक ते भी, परमात्मा भी सेल्फलैसली ही कर रहा। हुण एक इत्थे बड़ा वड्डा सवाल साडे सामने आ जांदा है। वो सवाल है, एक डिस्कनैक्ट सामने आ रहा है। ये डिस्कनैक्ट किस तरह है कि असी एक्शन लिया सेल्फ एक्चुअलाइजेशन का, और उसका रिवार्ड है सेल्फ रियलाइजेशन, पर सानू ते कहा गया कि तुहानू बिना किसी फल की इच्छा के काम करना। ते ये अपने आप से डिस्कनैक्ट हो गया। मेरी तो इच्छा है कि मैं परमात्मा हो जावां, एक इच्छा तो आ गई ना, मैं मिशन तो सैट किया ही है ना कि मैं परमात्मा किवें हो जावां, वो भी तो एक डिजायर ही है। और इत्थे कह रहे हैं कि अगे चल के ये भी कहते हैं कि तुहानू बिना रिवार्ड दे काम करना है। एक डिस्कनैक्ट सामने आया, सानू इस डिस्कनैक्ट नू दूर करना पेगा, नहीं तो असीं अगे नहीं वध पावांगे। जो बिगर क्वेश्चन है वही है कि इफ माई सेल्फलेस सर्विस इज विदाउट एनी डिजायर्स, व्हाई शुड आई लुक फॉर द रिवार्ड ऑफ सेल्फ रियलाइजेशन ऑल्सो। मैनू की लोड़ है फिर, मैं सेल्फ रियलाइजेशन की भी लोड़। ये सवाल है और बड़ा वाजिब सवाल है। साडे कोल एक बच्चे ने पूछा सी और बड़ा अच्छा लग्या सानू। ते गुरु साहब कहते हैं कि कबीर सुरग नरक ते मैं रहो सतगुरु के प्रसाद, चरण कमल की मौज में रहो अंत अर आद। कहते मैं ते हुण स्वर्ग नरक मिशन दी भी कोई चिंता नहीं है, मैनू चाहिए ही नहीं कुछ। ते चरण कमल की मौज है, हुण ते रस्ता मेरे लिए इन्ना ब्यूटीफुल है कि मैं उसी नू एंजॉय कर रहा। पहुंचांगा नहीं पहुंचांगा वो तो मैनू फिक्र ही नहीं है। मैं मिशन सैट जरूर किया सी ताकि मेरी डायरैक्शन ठीक हो जाए। एक बार मेरी डायरैक्शन ठीक है, मिशन जिथे मर्जी जाए, मैं तो हुण मौजां लै रहा। सो बेसिकली ऑल कंप्लीट पाथ इटसेल्फ इज अ मौज, इज अ स्टेट ऑफ बेसिकली आनंद। उस पूरी आनंद की अवस्था तुसी सारी जिंदगी रह सकते हो अगर उस मार्ग ते चलते जा रहे हो। परमात्मा होवांगे नहीं होवांगे, मिलेगा नहीं मिलेगा, वो सवाल शुरू सी, हुण वो सवाल नहीं है। चरण कमल की मौज में रहो अंतरात, हुण मैनू कोई फिक्र नहीं स्वर्ग नरक दी। हुण स्वर्ग मतलब परमात्मा फाइनली मिलेगा या नहीं मिलेगा, वो चिंता भी गई, खत्म हो गई। तो बेसिकली इत्थे कह रहे हैं, काहू फल की इच्छा नहीं बाछे, केवल भगत कीर्तन संग राचे। कीर्तन संग राचे मतलब मैं उस मार्ग ते आ गया हूं। कीर्तन का मतलब हर वेले मैं वाजे ते बैठा जरूरी नहीं है। मैं किसी की सेवा कर रहा हूं, वो भी कीर्तन ही है। मैं उस दसे हुए मार्ग ते सेल्फलैसली जो भी कर रहा वो कीर्तन बन जाता है। ते मैनू होर कोई इच्छा नहीं है, हुण ते मैं उहदे कीर्तन विच रच गया हूं। ये एक तरह की सानू सेध है ताकि साडे मन च किते कोई कन्फ्यूजन ना हो जाए कि मैनू फल की इच्छा रखनी है कि नहीं रखनी। मिशन जदों दिता ते जिधर जाना है, की करना की है उहदा। So once on the path, the desire start finding their way out. एक बार असी उस रस्ते ते आंदे हैं, वैसे भी जिन्हों असी क्या है, इंसान पोजेशन है और पोजीशन है, ये अपने आप हल्कियां लगन लग जाती है, क्योंकि हुण वो आनंद की अवस्था च हुंदा है। हुण एस्पिरेशन ते स्टक नहीं हो जाता, वो अगे मूव करी जा रहा है। ऑल इज मर्सी नॉट माई एफर्ट्स। जिथे गुरु ग्रंथ साहब की शुरुआत मिशन तो होंदी है, उत्थे साडा अखीर दे विच आके गुरु साहब ये भी कह देंदे ने, तरस पिया मैं रहमत होई, सतगुरु सज्जन मिलिया। मेरे ते तरस ही खाया होना गुरु ने, जिहदी वजह नाल मैनू सतगुरु मिलिया। नानक नाम मिले तां जीवां, मैं ते नाम दे आसरे जीवां। तन मन थी वे हरिया, ते सब कुछ हरा ही है। कित्थे मिशन रह गया? गुरु नानक साहब ने एंड मिशन ते नहीं किया। मिशन सैट जरूर किया है कि मेरी डायरैक्शन ठीक पकड़ी जाए। एक बार डायरैक्शन ते आ गया तो डायरैक्शन सब कुछ है, फिर तो मैनू कुछ चाहिए ही नहीं। तो ये एक बहुत ही पहले शब्द तो लैके आखिर शब्द तक अंदर जो कुछ भी दसिया जा रहा है वो सेध ही सेध दे रहे हैं। और इत्थे आके वो धन्नवाद ही कर रहे हैं, तरस खा के गुरु साहब
परमात्मा तू मैनू सतगुरु नाल मिलाया सी और ये मेरा मार्ग है। ये साडा आखिरी शब्द है जी गुरु ग्रंथ साहिब का। हुण असी एक इग्नाइटेड सोल कैन कैंडल अदर इग्नाइटेड सोल जो असी लिखा इत्थे थोड़ा जिहा एक नूं दोबारा समझ लईए। एक बार फास्ट रिफ्रैश ला दिए 2 स्लाइड विच। एक मिशन है, वो एक पाथ है। इस पाथ दे उत्ते मिशन साडा पता लग गया कि सचियारा हुई है, मैं परमात्मा किवें हो जा। मेरिया जितनियां नीड्स हैं, जितनियां एस्पिरेशन, जितनियां जनरोसिटीज हैं, जितने भी सैल्फ ड्राइव हैं, हुण उन्हां दी डायरैक्शन ठीक कर दिओ। ਅਸੀਂ ਇਹਨੂੰ ਸੈਪਰੇਟ ਵੀ ਡਿਸਕਸ ਕਰਾਂਗੇ ਇੱਕ ਮੋਡਿਊਲ ਵਿੱਚ। ਇਹਨਾਂ ਦੀ ਡਾਇਰੈਕਸ਼ਨ ਕਿਸ ਤਰ੍ਹਾਂ ਠੀਕ ਕਰਨੀ ਹੈ। ਇਹਨਾਂ ਦੀ ਇੱਕ ਵਾਰ ਡਾਇਰੈਕਸ਼ਨ ਠੀਕ ਕਰ ਦਿਓ, ਫਿਰ ਤੁਸੀਂ ਉਸ ਮਾਰਗ ਤੇ ਹੋ। ਫਿਰ ਇੰਜੋਏ ਕਰੋ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਵੀ ਕਰ ਲਵੋ, ਕੋਈ ਹਰਜ ਨਹੀਂ। ऑब्जेक्टिव गोल्स पर्पस सारे मिशन की डायरेक्शन की तरफ अलाइन कर दो। और इतने जो पहली सेध दे के गए हैं गुरु साहबान, रूल नंबर 1 इमीजिएटली आफ्टर द मिशन इज हुक्म रजाई चलना नानक लिखिया नाल उदे हुक्म विच आ जाओ। और एक्चुअली साडा नेक्स्ट टॉपिक हुक्म ही है, इसी करके सानू दी इंपॉर्टेंस समझदे हो असीं नेक्स्ट टॉपिक है हुक्म नूं ही लिया। जो अज दा टॉपिक सी मिशन दा सी, अगला हुक्म नूं असीं पूरी तरह एक्सपेंड करके समझांगे कि हुक्म च आफ्टर की कह रहे ने आ जाओ। सो हुक्म रजाई चलना, इस तो बाद ये प्रिंसीपल तुहानू नाल लैके चलना पेगा। इस प्रिंसीपल तो बिना तुसी उस डायरैक्शन नहीं पकड़ रहे हो। कि सचियारा होइए हो ही नहीं सकते अगर तुसी हुक्म तो बाहर हो। नाल दे नाल ही नेक्स्ट पंक्ति च कहता हुक्म रजाई चलना, मैं नाल ही कह रहे ने लिख रहा, नाल लिख रहा, नानक लिखिया नाल, किते परे नहीं जाके मैं लिखिया, जिथे मिशन दिता उत्थे ही मैं लिख रहा। हुक्म रजाई चलना नानक लिखिया नाल, उत्थे ही दस रहा, लेट नहीं कर रहा, टाइम नहीं वेस्ट कर रहा। गुरु साहब कह रहे ने मैं नाल लिख के तुहानू दे रहा कि तुहानू हुक्म च आना पेगा, तां ही तुसी कि सचियारा दी डायरैक्शन पकड़ोगे। रूल नंबर 1 ऑन द पाथ। सो हुण की है, विल लिव विद द मिशन विच सेट्स अवर डायरैक्शन। मिशन अचीव नहीं करना, मिशन ने साड़ी डायरेक्शन सेट करनी। वी हैव नो डिजायर फॉर मोक्ष, मुक्ति, निर्वाण, हेवन, सैल्वेशन। सानू कोई डिजायर नहीं है, डिजायर तो साड़ी कोई है ही नहीं है। बिकॉज द पाथ वी फॉलो इज इंपॉर्टेंट। वी कंट्रोल आवर एक्शंस नॉट द कॉन्सिक्वेंसेस। असी अपने एक्शन कंट्रोल करांगे, कॉन्सिक्वेंसेस असी नहीं कंट्रोल कर सकते। ऑल मिस्टीरियस क्वेश्चंस आर आंसर्ड प्रोग्रेसिवली व्हेन वी डिसाइड एंड टेक ए फ्यू स्टेप्स। इस मार्ग से जो असीं कुछ कदम रखांगे तो मिस्ट्रीज भी गायब होनियां शुरू हो जाएंगी, उन्होंने आंसर अपने आप मिलने भी शुरू हो जाएंगे। सो गिव ए पॉजिटिव पुश एवरी डे इन द डायरेक्शन ऑफ मिशन, बिकॉज वी आर बोर्न टू लिव एन अमेजिंग लाइफ। मनुख जन्म बनया ताकि वी कैन लिव एन अमेजिंग लाइफ। इतना सब कुछ मिलया, इन्ना सब कुछ मिलता है, इतना सब कुछ मिलता है। आनंद की अवस्था च उन्होंने असीं छड्ड के लैवल 4 ते सारा दिन टेंशनां विच सो रहे हैं, नींद नहीं आती, पासे पलट रहे हैं। इहदे जाए कि असीं आनंद की अवस्था विच भी जा सकते सी। तो अगर असीं नूं कंक्लूड करिए तो जो एवरीवन मस्ट वर्क टू विन द ब्रेड एंड सर्व अदर्स। ब्रेवरी डिमांड्स गुड फिजिकल, मेंटल एंड साइकोलॉजिकल हेल्थ लेवल 2। Number 3, a happy family life is possible when we sit together and laugh together. The best of his gifts for socialization is family. सब नाल नजदीक है, परिवार च इकट्ठे बैठिए, हंसिए खेडिए। Caution ये है कि there is every possibility that life may fall apart in the company of misleading people and stay alert. Social life ध्यान नाल select करना बाहर। Being progressive is rule of the nature. Level 4. Caution है, there is a big danger if we are stuck in level 4. और बड़ियां सारे असी डिस्कस किते आज एग्जांपल्स। एस्पिरेशंस, लाइफ वुड बी फिनिश्ड विदाउट मिशन। पंजवें वाल जा ही नहीं पाओगे तुसी। द पाथ टुवर्ड सेल्फ रियलाइजेशन इज थ्रू सेल्फ एक्चुअलाइजेशन एंड सेल्फलेस सर्विस। वो नाल दे नाल आएगा। ये बहुत डिटेल च अगे डिस्कशन होणगियां अगले मॉड्यूल्स विच। यही अज दे जिहड़े असी 5 लैवल तू सेध लई कि गुरु साहब ने सन की शिक्षा दी है। यही तेरा अवसर, यही तेरी बार, घट भीतर तू देख विचार, कहत कबीर जीत के हार, बहु बिद के ओ पुकार पुकार।
यही तेरी अपॉर्चुनिटी है, यही तेरी टर्न है। लुक डीप इनटू योर हार्ट एंड रिफ्लेक्ट ऑन इट, सेज कबीर। यू ओनली कैन डिसाइड टू विन और लूज। इस जिंदगी नू जित के जाना है या जिंदगी हार के जाना है, वो डिसीजन भी ले ही लवो। In so many ways it has been proclaimed out loudly, कहंदे सी बड़ी loudly कह रहे हैं तेन, loud and clear जिन्हों कहंदे ने कह दिता है। मिशन समझ ले, मिशन दी डायरेक्शन पकड़ ले। जे जित के जिंदगी नू जाना चाहता है ते नहीं जाना, वो भी तेरा अपना डिसीजन। Catch up with the right direction, no scope for delay now। ਇਹਦੇ ਨਾਲ ਹੀ ਅਸੀਂ ਮੋਡਿਊਲ ਖਤਮ ਕਰਦੇ ਹਾਂ ਜੀ। और जो साडा अगला मॉड्यूल है, जो तिस भावे सोई करसी, जिहदे ते असीं हुक्म उत्ते डिस्कस करांगे और गुरु ते डिस्कस करांगे। सो ये सी अज दा साडा प्रेजेंटेशन। ते मैं इहदे नाल स्क्रीन शेयर रोक लैंदा। जो भी क्वेश्चंस हैं जी पुछ लो। वैसे मैनू आंसर पता होणगे, जरूरी नहीं है, पर क्वेश्चन पूछना तुहाडा राइट है, आंसर ना दे पाना मेरा राइट है। हाँ जी वीर जी, अनम्यूट योर सेल्फ प्लीज, अनम्यूट, अनम्यूट प्लीज। हाँ जी हुण होया, ओ उत्थे लॉक कीता होया सी। हाँ जी हाँ जी। एक तो it's an excellent presentation, there is no discussion on that part, very detailed, very thoughtful। और इस तरह की presentation इन्नी आराम नाल बनती भी नहीं। ਇਹਦੇ ਚ बहुत सोच विचार, बहुत thinking, बहुत reading, lot of things are required, you know। गुरु ने करा लिया जी जो कराना सी। पर एक गल मैं कहना चाहता सी, स्लाइड 29 तुसी बार-बार यह गल कही है कि मैं परमात्मा बनना चाहना। I think you need to reword this statement कि मैं परमात्मा नाल एक मिक होना चाहना। परमात्मा ते कोई बन ही नहीं सकता, वो ते सहभंग है। असी परमात्मा नू ज्योति जोत रली स्टेज में जाना है, जो जल में जल आए खटाना, उस स्टेज में जाना है। योर ऑब्जेक्टिव्स वर करेक्ट, but maybe you need to, very humbly I am saying that you may need to reword the statement, that's all। वीर जी मैं तुहाडे नाल एग्री भी कर रहा, इन द सेंस दैट फाइनली परमात्मा दे विच मर्ज हो जाना और परमात्मा हो जाना एक्चुअली इन्ना डिफरेंस नहीं है। दैट इज द प्रॉब्लम वेयर आई एम स्टक। परमात्मा दे विच मर्ज हो जाना, परमात्मा हो जाना ही, क्योंकि तुहाडी आइडेंटिटी खत्म हो चुकी है, तुसी परमात्मा ही हो उस वेले। बिल्कुल ठीक सो रणजीत सिंह, मैं भी मुक्त हो गए ना, तुसी मुक्त हो गए, जीवन मुक्त हो, मतलब तुसी मर्ज होने तो बाद ते तुसी भी वही हो गए। सो उन्हों असी डाउन क्यों करिए, उन्हों आप ही क्यों ना रखिए, सोहना लगता है, बल्कि सुनने च भी सोहना लगता है, मैं परमात्मा क्यों ना हो जाऊं, है ना। उस तो नीचे असी कंप्रोमाइज भी क्यों करिए। I think इट्स माय व्यू पॉइंट। नहीं बिल्कुल, इवन आई एग्री भाई। एक ਅਸੀਂ ਕਹਿੰਦੇ ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। यस, हरि और हरि जन दे विच फर्क नहीं है। जे फर्क नहीं है ते आई एम गॉड, और मैं जो सूरज किरण मिली जल का जल हुआ राम भी जी गल हैगी है, वो भी किरण भी सूरज है और सूरज के बगैर किरण भी नहीं हैगी, तो दोनों ही मर्ज हो गए। तो आई थिंक दैट टू मेक माई सेल्फ गॉड statement gives me so much power that I try to become God. So that statement is very, very inspiring, and I am spellbound. I have no words to express the gratitude for your thorough study, and the way you have really took it further is fantastically absorbent. मैं तो कह रहा कि एक चीज नू अगर मैं उसनू इस तरीके नाल कर the process जरा तुसी डिफाइन किया है ना, वो मेरा ख्याल बड़ी बार सुनना पड़ेगा सर। बहुत ही आनंद है, आई रियली अप्रिशिएट, बहुत ही आनंद। जाली साहब मेरी ना किथे डिस्कशन हुई इस पॉइंट नू लेके, मैं क्या मैं हिम्मत करके कहना चाहता, तो कह रहे सी कि सच पूछो तो मैं तो स्टेज ते बोलदा, मैं स्टेज ते कहना चाहता, पर मैनू लोग कुटणगे कि बड़ा अहंकारी स्पीकर आ गया। देखो, I am not disagreeing with you. Part can merge with the whole, but it can never become whole. I will totally disagree with this statement. I will disagree to the core.
पर मैं इस गल नूं मन्नांगा कदे नहीं कि पार्ट कैन बिकम होल. Part can never become whole. Part can merge with the whole. Once you merge, then रह गया ना लहदे के रहा की अखीर बच्चा हो गए तो फिर रहा की फर्क बहुत है. फर्क गुरबाणी च ही दस्या होया. दसो फर्क जगह जगह ते दस्या. ज्यों जल में जल आए खटाना त्यों ज्योति संग ज्योत समाना. हाँ जी बिल्कुल ठीक है. किरण मिले जल का जल हुआ राम. बिल्कुल. ज्योति ज्योत रले संपूर्ण थिया राम. सेकंड लाइन दोबारा बोलो, मैं पढ़ने वाला सी लाइन. डिफरेंस है. अगर ज्योति तुसी सेकंड लाइन रिपीट करो. मेरी मैं गलत बोली होगी. संपूर्ण थिया राम. संपूर्ण थिया राम. हाँ जी. संपूर्ण थिया. संपूर्ण हो नहीं गया. थिया. देयर इज डिफरेंस. You have to choose the word and take the meaning very carefully. देखो एक गल. Let's go to one basic fundamental. Just one word. परमात्मा सहबंग है. परमात्मा ने स्वै प्रकाशमान किया अपने आप नूं. असी उस प्रकाश विच मिलना है. असी साडे विच इतनी हालत हिम्मत नहीं आएगी. देखो जदों मैं उत्थे मिल जाना. राम कबीरा एक भय है कोई न सके पछानी. पर कबीर साहब ने ये नहीं कहा मैं राम बन गया. राम कबीरा एक भय है. दैट इज द डिफरेंस. अगे हुण तुसीं खुद विचार कर लो. नहीं वीर जी असीं करांगे डिस्कस तुहाडे नाल ही करांगे. वी विल टॉक आउट ऑफ दिस मीटिंग. ਅਸੀਂ ਵੈਸੇ ਵੀ ਗੱਲ ਕਰਦੇ ਰਹਿੰਦੇ ਆ ਤੇ ਇਹ ਵੀ ਕਰ ਲਾਂਗੇ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਮੈਂ ਇੱਕ ਕੁਐਸਚਨ ਹੈਗਾ. ਇੱਕ ਕੁਐਸਚਨ ਨਹੀਂ ਮੋਰ ਆਫ ਅ ਸਟੇਟਮੈਂਟ ਹੈਗੀ. ਮੈਨੂੰ ਨਾ ਮਾਮਾ ਜੀ ਤੇ ਅੰਕਲ ਜੀ ਦੋਨਾਂ ਦੀ ਗੱਲ ਐਕਚੁਅਲੀ ਸਮਝ ਆਈ. ਮੈਨੂੰ ਲੱਗ ਰਿਹਾ ਤੁਸੀਂ ਦੋਨੋਂ ਸੇਮ ਹੀ ਕਹਿ ਰਹੇ ਹੋ. ਤੇ ਮਾਮਾ ਜੀ ਇਹ ਕਹਿ ਰਹੇ ਨੇ ਕਿ ਅਸੀਂ ਇੱਕ ਡ੍ਰੌਪ ਹੀ ਹੈ, ਸਾਨੂੰ ਓਸ਼ਨ ਵਿੱਚ ਮਿਲ ਜਾਣਾ ਹੈ. अंकल जी ये कह रहे ने एक ड्रॉप ओशन नहीं हो सकता, बट ओशन इज इनकम्प्लीट विदाउट द ड्रॉप. ते जदों असी not as Gurmeet right now to become God, but if God is within us then we don't even exist, right? It is only Paramatma. ते साडे कर्म भी परमात्मा ने, साडी एग्जिस्टेंस ही परमात्मा है. ते मैनू लग रहा है तुसी दोनों इको गल कर रहे हो. डिफरेंस ही नजर नहीं आ रहा थोड़ी गालां विच कि असी गॉड नहीं ने because we don't have the power of God, because we don't exist. The existence is only God. मैनू ते दोनों दी गल इको लग रही है कि यही कह रहे ने असी गॉड नहीं है. दैट इज ट्रू. असी ते है ही नहीं गॉड होने लई. नहीं है असी नहीं है. अस गॉड ही गॉड ने. ते जदों एक हर जगह परवेड कर रहा है ते तुसी दोनों ते इको गल कह रहे हो कि गॉड ही है और गॉड ही कर्म करा रहे ने, गॉड ही कर रहे ने और गॉड ही है ने. असी ते वी आर नॉन एग्जिस्टेंट इन दिस पार्ट. जदों गॉड असी समझ गए ने कि असी नहीं एग्जिस्ट करदे ने ते गॉड ही है ने ना अंदरों. if everyone is God. ते मैनू ते दोनों दी गल इको लग रही है. ते I am not able to see the difference. Actually we have a right to perceive it differently and then think about it. इन्हू बहुत होर सोचन विचारन दी लोड़ है क्योंकि बहुत सारे शब्द ने, उन्हां शब्दां दी इकसारता चों ही सानू फाइनली आंसर बाहर लेके आना. So we will again discuss it sometime later. We are holding this basically with the difference of opinion with Jali sahab. वाहिगुरु जी का खालसा वाहिगुरु जी की फतेह. एक दिमाग च डिस्कशन दिमाग च मेरी घूम रही है कि तुसी क्या एक सेल्फलैस वर्क करना है सानू. हुण 7वीं पौड़ी विच जिस तरह मेंशन किया है कीटा अंदर कीट कर दोषी दोष दरे. हुण वाहिगुरु जी ने सानू इस लेवल ते पहुंचाया है कि अगर असी ना नहीं लिया रब दा ते साडी कीड़ी तो भी बदतर साडी जिहड़ी हैगी ओह साडी जून हो सकती है. हुण असी ये समझिए कि एक इंसान जिन्हें सेल्फलैस वर्क किया है अपने लाइफ टाइम, रब दा ना लिमिटेड लिया है, तो हाउ वी विल डिफाइन दैट पर्सन वेदर हिज लाइफ इन हिज फ्यूचर लाइफ विल बी सच बिकॉज ही हैज वर्कड सेल्फलेसली हेल्पिंग अदर्स, बट रब दा ना एक लिमिटेड लिया हैगा. वीर जी ये साडे ना मॉड्यूल शायद 6 और 7 विच आएगा क्योंकि बहुत डिटेल एक्सप्लेनेशन है.
ਸੋ ਮੈਨੂੰ ਥੋੜੀ ਮਾਫੀ ਮੰਗਾਂਗਾ ਕਿਉਂਕਿ ਮੈਂ ਇੱਕ ਦੋ ਸੈਂਟੈਂਸਿਸ ਵਿੱਚ ਇਹਨੂੰ ਕੰਕਲੂਡ ਨਹੀਂ ਕਰ ਪਾਂਗੇ, ਸਾਨੂੰ ਬੇਸ ਬਣਾਉਣਾ ਪੈਂਦਾ। ਜਿਵੇਂ ਅੱਜ ਦੀ ਡਿਸਕਸ਼ਨ ਦਾ ਇੱਕ ਲੰਬਾ ਚੌੜਾ ਬੇਸ ਸੀ, ਤਾਂ ਜਾ ਕੇ ਅਸੀਂ ਇਹ ਡਿਸਕਸ ਕਰ ਪਾ ਰਹੇ ਹਾਂ ਮਿਸ਼ਨ ਨਾਲ ਰਿਲੇਟਿਡ। ਤੇ ਅਸੀਂ ਕੀ ਕੀਤਾ ਕਿ ਜਿਹੜੀਆਂ ਇੰਪੋਰਟੈਂਟ ਐਸਪੈਕਟ ਨੇ ਉਹਨਾਂ ਦੇ ਪਹਿਲਾਂ ਅਸੀਂ ਬੇਸਿਕ ਲੈਵਲ ਤੇ ਜਾ ਕੇ ਬੇਸ ਬਣਾਇਆ, ਉਹਨੂੰ ਡਿਸਕਸ, ਉਸ ਤੋਂ ਬਾਅਦ ਉਹਨੂੰ ਡਿਸਕਸ ਕੀਤਾ ਤਾਂ ਕਿ ਇੱਕਦਮ ਨਾਲ ਗੱਲ ਸਮਝ ਆ ਜਾਏ। ਸੋ ਉਹ ਡਿਸਕਸ਼ਨ ਚ ਆਏਗਾ ਅੱਗੇ, ਮੋਡਿਊਲ ਸ਼ਾਇਦ 5, 6, 7 ਦੇ ਵਿਚਕਾਰ ਹੈ ਡਿਟੇਲ ਡਿਸਕਸ਼ਨ। ਕਿਉਂਕਿ ਮੋਡਿਊਲ 3 ਅੱਜ ਚੱਲ ਰਿਹਾ। ਅੱਛਾ, ਕਿਉਂਕਿ ਉਹ ਮੈਨੂੰ 7ਵੀਂ ਪੌੜੀ ਚ ਇਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਐਕਸਪਲੇਨੇਸ਼ਨ ਕੀਤੀ ਗਈ ਕਿ ਕੱਲ ਨੂੰ ਅਸੀਂ ਰੱਬ ਦਾ ਨਾਮ ਨਹੀਂ ਲਿਆ ਤੇ ਮੀਨਸ ਇਟ ਇਜ਼ ਸਮਥਿੰਗ ਦੈਟ ਅਸੀਂ ਉਹ ਜੂਨ ਚ ਜਾਵਾਂਗੇ। ਅਸੀਂ ਕੀ ਹੈ ਕਿ ਜਦ ਤੱਕ ਅਸੀਂ ਫੰਡਾਮੈਂਟਲਸ ਨੂੰ ਨਹੀਂ ਪਕੜਾਂਗੇ ਨਾ, ਅਸੀਂ ਇੰਟਰਪ੍ਰੇਟ ਕੁਝ ਵੀ ਕਰ ਸਕਦੇ ਹਾਂ। ਸਾਡਾ ਜ਼ੋਰ ਸਾਰਾ ਫੰਡਾਮੈਂਟਲਸ ਤੇ ਹੈ। ਜਿਵੇਂ ਅੱਜ ਅਸੀਂ ਮਿਸ਼ਨ ਕਿਹਾ ਔਰ ਮਾਰਗ ਕਿਹਾ ਕਿ ਮਿਸ਼ਨ ਦੀ ਡਾਇਰੈਕਸ਼ਨ ਪਕੜਨੀ ਹੈ, ਮਿਸ਼ਨ ਵੀ ਇੰਪੋਰਟੈਂਟ ਨਹੀਂ ਰਹਿ ਜਾਂਦਾ ਕਿਉਂਕਿ ਇਹ ਕਨਸੈਪਟ ਨੂੰ ਸਮਝਣ ਚ ਬੜਾ ਟਾਈਮ ਲੱਗਦਾ ਕਿ ਕੀ ਕਿਹਾ ਜਾ ਰਿਹਾ। ਸੋ ਦੈਟ ਇਜ਼ ਵਾਈ ਵੀ ਆਰ ਬਿਲਡਿੰਗ ਇਟ ਅਪ ਸਲੋਲੀ। ਤੇ ਅਸੀਂ ਜਲਦਬਾਜ਼ੀ ਨਾ ਦਿਖਾ ਕੇ ਨਾ, ਅਸੀਂ ਥੋੜਾ ਜਿਹਾ, ਕਿਉਂਕਿ ਇਹਦਾ ਆਨਸਰ ਬਹੁਤ ਹੀ ਲੰਬਾ ਹੈ ਤੇ ਅਸੀਂ ਉੱਥੇ ਆਵਾਂਗੇ, ਸ਼ਾਇਦ ਤੁਹਾਨੂੰ ਆਪਣੇ ਆਪ ਹੀ ਪੌੜੀ ਦੇ ਮਤਲਬ ਵੀ ਕਲੀਅਰ ਹੋ ਜਾਣਗੇ। ਕਿਉਂਕਿ ਸਾਨੂੰ ਨਾਲ ਪ੍ਰੈਕਟੀਕਲੀ ਵੀ ਲੈਣਾ, ਜਿਸ ਤਰ੍ਹਾਂ ਤੁਹਾਡਾ ਜਿਹੜੀ ਚੀਜ਼ ਮੈਂ ਦੇਖ ਰਿਹਾ ਸੀ, ਕਿਉਂਕਿ ਸਿਰਫ ਹਾਈਟੈਕ ਗੱਲ ਕਰਨ ਦੇ ਨਾਲ ਪ੍ਰੈਕਟੀਕਲੀ ਅਸੀਂ ਨਹੀਂ ਕਰ ਪਾਈਏ। 5, 6, 7 ਟੋਟਲ ਪ੍ਰੈਕਟੀਕਲ ਹੀ ਹੈ ਜੀ। 5ਵਾਂ 6ਵਾਂ 7ਵਾਂ ਅੱਛਾ ਲੱਗੇਗਾ, ਓਕੇ ਵੀ ਹੈਵ ਟੂ ਬੀ ਲਾਈਕ ਦੈਟ, ਬਟ ਡੇ ਟੂ ਡੇ ਅਸੀਂ ਕਿਸ ਤਰ੍ਹਾਂ ਕਰੀਏ ਸਾਡੀ ਗਰੋਥ ਹੋਵੇ। ਇਟ ਵਿਲ ਬੀ ਅ ਸਲੋ ਗਰੋਥ 100%, ਬਟ ਗਰੋਥ ਹੋਣੀ ਚਾਹੀਦੀ। ਹਾਂਜੀ, ਉਹਨਾਂ ਅੱਗੇ ਸਾਡਾ ਸਾਰਾ ਪ੍ਰੈਕਟੀਕਲ ਹੀ 5, 6, 7 ਜਿਹੜਾ ਫੰਡਾਮੈਂਟਲਸ ਤੋਂ ਥੋੜਾ ਬਾਹਰ ਆਹਿਸਤਾ ਆਵਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਜੀ, ਕੋਈ ਹੋਰ ਫਤਿਹ। ਹਾਂਜੀ, ਛੋਟਾ ਜਿਹਾ ਬਸ ਇੱਕ ਸ਼ੇਅਰਿੰਗ ਹੈ। ਪਹਿਲਾਂ ਤਾਂ ਆਈ ਥਿੰਕ ਅੱਜ ਦਾ ਟੌਪਿਕ ਸਭ ਤੋਂ ਜ਼ਿਆਦਾ ਜ਼ਰੂਰੀ, ਲਾਈਫ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਟੌਪਿਕ ਡਿਸਕਸ ਹੋਇਆ ਅੱਜ, ਕਿ ਅਸੀਂ ਲਾਈਫ ਦੀ ਐਗਜ਼ਿਸਟੈਂਸ ਬਾਰੇ ਹੈ ਕਿ ਅਸੀਂ ਲਾਈਫ 'ਚ ਆਏ ਕਿਉਂ ਆਏ। ਇਸ ਤੋਂ ਵੱਡਾ ਟੌਪਿਕ ਤਾਂ ਸ਼ਾਇਦ ਹੋ ਹੀ ਨਹੀਂ ਸਕਦਾ ਕੋਈ। ਤੇ ਇਹਨਾਂ ਸਰਲਤਾ ਨਾਲ ਤੇ ਪੀਪੀਟੀ ਨਾਲ ਤੇ ਇੱਕ ਅੱਜ ਕੱਲ੍ਹ ਦੇ ਮਾਡਰਨ ਮੈਥਡ ਨਾਲ ਜਿਹੜਾ ਤੁਸੀਂ ਐਕਸਪਲੇਨ ਕੀਤਾ, ਆਈ ਥਿੰਕ ਇਟ ਵਾਜ਼ ਅਮੇਜ਼ਿੰਗ। ਇਹ ਬਹੁਤ ਜ਼ਰੂਰੀ ਹੈ ਕਿ ਹਰ ਕੋਰ ਤੱਕ ਜਾਵੇ, ਡਿਸਕਸ ਹੋਵੇ, ਬੱਚਿਆਂ ਨੂੰ ਵੀ ਡਿਸਕਸ ਕੀਤਾ ਜਾਵੇ, ਕਿਉਂਕਿ ਈਜ਼ੀ ਸੀ। ਆਈ ਥਿੰਕ ਕਿਸ ਲੈਵਲ ਤੇ ਤਾਂ ਉਹ ਸੁਣ ਹੀ ਸਕਦੇ, ਐਟਲੀਸਟ 15 ਸਾਲ ਤੋਂ ਉੱਪਰ ਬੱਚਾ ਆਰਾਮ ਨਾਲ ਸਮਝ ਸਕਦਾ ਥੋੜਾ ਬਹੁਤ। ਤੇ ਆਈ ਥਿੰਕ ਇਟ ਵਾਜ਼ ਬਹੁਤ ਜ਼ਰੂਰੀ ਗੱਲ ਹੈ ਕਿ ਬੱਚਿਆਂ ਨੂੰ ਪ੍ਰੇਰਿਆ ਜਾਏ, ਕਿਉਂਕਿ ਇਸ ਗਰੁੱਪ ਦੇ ਵਿਚਕਾਰ ਸਾਰੇ ਜੋ ਮੈਜੋਰਿਟੀ ਹੈ ਉਹ ਮਤਲਬ ਮਿਡਲ ਏਜ ਜਾਂ ਉੱਪਰ ਵਾਲਿਆਂ ਦੀ ਹੈ। ਤੇ ਕਿਉਂਕਿ ਹੁਣ ਜ਼ਿੰਮੇਵਾਰੀ ਅਗਲੀਆਂ ਜਨਰੇਸ਼ਨ ਨੂੰ ਵੀ ਲੈਣੀ ਹੋਏਗੀ ਤੇ ਉਹਨਾਂ ਨੂੰ ਬੇਸਿਕ ਕਨਸੈਪਟ ਸਮਝਣੇ ਜ਼ਰੂਰੀ ਹੈ। ਤੇ ਪ੍ਰੇਰ ਕੇ ਅਗਰ ਉਹਨਾਂ ਨੂੰ ਲਿਆਇਆ ਜਾਏ ਤੇ ਅਸੀਂ ਦੁਬਾਰਾ ਵੀ ਕਰ ਲਾਂਗੇ ਉਹਨਾਂ ਲਈ, ਕੋਈ ਸਾਨੂੰ ਦਿੱਕਤ ਨਹੀਂ ਹੈ। ਪਰਪਸ ਇਹ ਹੈ ਕਿ ਜੋੜਨਾ ਹੈ ਤੇ ਫਿਰ ਉਹਨਾਂ ਨੂੰ ਫੰਡਾਮੈਂਟਲ ਵੀ ਸਟਰੋਂਗ ਕਰਨੇ ਪੈਣਗੇ ਉਹਨਾਂ ਦੇ, ਤਾਂ ਕਿ ਜਦੋਂ ਉਹ ਖੜੇ ਹੋ ਕੇ ਬੋਲ ਸਕਣ ਤਾਂ ਫਿਰ ਉਹਨਾਂ ਨੂੰ ਪਤਾ ਹੋਏ ਕਿ ਅਸੀਂ ਕੀ ਬੋਲ ਰਹੇ ਹਾਂ, ਕਿਉਂ ਬੋਲ ਰਹੇ ਹਾਂ। ਮਤਲਬ ਰੈਂਡਮ ਥਾਟਸ ਨਹੀਂ ਹੋਣੇ ਚਾਹੀਦੇ, ਪੂਰੇ ਸਟ੍ਰੀਮਲਾਈਨ ਥਾਟ ਹੋਣੇ ਚਾਹੀਦੇ ਹਨ। ਬਿਲਕੁਲ ਜੀ, ਬਿਲਕੁਲ। ਨਹੀਂ, ਇਸ ਫੋਰਮ ਲਈ ਬਹੁਤ ਹੀ ਅੱਛਾ ਕੰਸੈਪਚੁਅਲਾਈਜ਼ ਕੀਤਾ ਹੈ ਤੁਸੀਂ ਫॉर ਦਿਸ ਫੋਰਮ। ਮੇਰਾ ਇੱਕ ਡਾਊਟ ਕਹਿ ਲਓ, ਕੁਐਸਚਨ ਕਹਿ ਲਓ, ਇਹ ਕਿਤੇ ਨਾ ਕਿਤੇ ਜਾ ਕੇ ਹਮੇਸ਼ਾ ਮੇਰੇ ਦਿਮਾਗ 'ਚ ਆ ਜਾਂਦਾ ਹੈ। ਸੋ ਆਈ ਟਰਾਈ ਟੂ ਆਸਕ ਲੋਟ ਆਫ ਪੀਪਲ ਤਾਂ ਕਿ ਇਹ ਹੌਲੀ ਹੌਲੀ ਪੱਕਾ ਹੁੰਦਾ ਰਹੇ। ਜਿਹੜੇ ਲੈਵਲਸ ਅਸੀਂ ਅੱਜ ਡਿਸਕਸ ਕੀਤੇ, ਇੱਕ ਪੁਆਇੰਟ ਤੇ ਜਾ ਕੇ ਜਿਵੇਂ ਤੁਸੀਂ ਗੱਲ ਕੀਤੀ, ਗੁਰੂ ਸਾਹਿਬ ਕੁਐਸਚਨ ਕਰ ਰਹੇ ਹਨ, ਹੀ ਸੇਇੰਗ ਅਲਰਟ, ਤੇ ਅਸੀਂ ਐਮਫਸਾਈਜ਼ ਕੀਤਾ ਕਿ ਗੁਰੂ ਸਾਹਿਬ ਅਲਰਟ ਕਰ ਰਹੇ ਨੇ। ਬਟ ਮੇਰੀ ਸੋਚ ਹੈ, ਇਹ ਪਰਸਨਲ ਥਿੰਕਿੰਗ, ਇਜ਼ ਇਟ ਅਲਰਟਿੰਗ ਔਰ ਇਜ਼ ਇਟ ਮਨਾ ਕਰ ਰਹੇ ਨੇ? ਕਿਉਂਕਿ ਅਸੀਂ ਜਦੋਂ ਦੋ ਚੀਜ਼ਾਂ ਐਡ ਕਰ ਦਈਏ ਕਿ ਅਲਰਟ ਕਰ ਰਹੇ ਪਰ ਮਨਾ ਨਹੀਂ ਕਰ ਰਹੇ, ਤੇ ਉਹਦੇ 'ਚ what is the actual Bani that is focusing on? Is it alerting या is it mana? ਇਹ ਦੋਨੋਂ ਚੀਜ਼ਾਂ ਨੂੰ ਅਸੀਂ ਜੋ ਲਵਾਂਗੇ, ਅਸੀਂ ਆਪਣੀ ਅਵਸਥਾ ਦੇ ਹਿਸਾਬ ਨਾਲ ਲਾਂਗੇ। ਮੈਨੂੰ ਕਿਸੇ ਨੂੰ ਇਹ ਵੀ ਲੱਗ ਸਕਦਾ ਵੀ ਅਲਰਟ ਕਰਦੇ ਆ ਔਰ ਗੁਰੂ ਨੂੰ ਮੰਨਦੇ ਆ ਤੇ ਉਹ ਅਲਰਟਨੈਸ ਹੀ ਉਹਦੇ ਲਈ ਬਹੁਤ ਹੈ। ਠੀਕ ਹੈ। ਔਰ ਕੋਈ ਕਿਸੇ ਨੂੰ ਕਹਿਣਾ ਪਏਗਾ ਇਹ ਤੇ ਮਤਲਬ ਵੈਸੇ ਗੁਰੂ ਤੁਸੀਂ ਇਸ ਤਰ੍ਹਾਂ ਐਵੇਂ ਮਤਲਬ ਅਸੀਂ ਨੈਕਸਟ ਜਿਹੜਾ ਟੌਪਿਕ ਹੈ ਬਾਈ ਚਾਂਸ ਹੁਕਮ ਉੱਤੇ ਹੀ ਹੈ ਕਿ ਮੇਰੀ ਕੀ ਪਾਵਰਸ ਹੈ, ਮੈਂ ਉਹਨੂੰ ਕਿਸ ਤਰ੍ਹਾਂ ਲਾਵਾਂ ਚੀਜ਼ਾਂ ਨੂੰ।
ਮੈਨੂੰ ਅਗਰ ਸਾਰਾ ਕੁਝ ਉਹਦੀ ਮਰਜ਼ੀ ਨਾਲ ਹੋ ਰਿਹਾ ਤੇ ਫਿਰ ਮੇਰੀ ਮਰਜ਼ੀ ਦਾ ਕੀ ਫਾਇਦਾ? ਇਹ ਵਾਲੇ ਕੁਐਸਚਨ ਸੇ ਨੈਕਸਟ ਵਿੱਚ, ਤੇ ਉਹਦੇ ਵਿਚਕਾਰ ਨਾ ਕਿਤੇ ਇਹਨਾਂ ਦਾ ਵੀ ਜਵਾਬ ਆਏਗਾ ਮੋਡਿਊਲ 4 ਵਿੱਚ। ਉਹ ਸਾਨੂੰ ਇਹ ਸਮਝਣਾ ਪਏਗਾ ਕਿ ਆਪਣੀ ਸਾਡੀ ਅਵਸਥਾ ਕਿੱਥੇ ਹੈ, ਉਹਦੇ ਹਿਸਾਬ ਨਾਲ ਹਰ ਕੋਈ ਵੱਖਰਾ ਵੱਖਰਾ ਹੀ ਲਏਗਾ ਉਹਨੂੰ। ਬਿਲਕੁਲ ਠੀਕ ਹੈ। ਮੇਰੇ ਖਿਆਲ ਦਿਸ ਇਜ਼ ਇੰਪੋਰਟੈਂਟ ਕਿ ਅਵਸਥਾ ਕਿੱਥੇ ਪਹੁੰਚੀ ਹੈ, ਬਿਕਾਜ਼ was this session taken 20 years back and I was listening ਤੇ ਮੈਂ ਇਹਨੂੰ alert ਹੀ ਸਮਝਾਂਗਾ, but after 20 years sitting today and hearing you ਮੈਂ ਕਹਾਂਗਾ ਜੀ ਇਹ ਠੀਕ ਹੈ, ਤੁਸੀਂ because you're taking a class ਤੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, but for me ਇਹ ਮਨਾ ਹੀ ਹੈ। ਉਹ ਹੈ ਮਨਾ ਹੀ ਹੈ, ਪਰ ਗੁਰੂ ਸਾਹਿਬ ਸੌਫਟ ਲੈਂਗੁਏਜ ਵੀ ਯੂਜ਼ ਕਰ ਸਕਦੇ ਨੇ ਜਿਹਨੂੰ ਫੀਲ ਹੋਏ ਕਿ ਅਲਰਟ ਕਰ ਰਹੇ ਨੇ, ਬਟ ਐਕਚੁਅਲ ਉਹ ਮਨਾ ਹੀ ਹੋਏ। ਹਾਂ, ਉਹ ਤੇ ਫਿਰ ਉਹਦੀ ਕਿਤਨੀ ਡੀਪਰ ਸੈਂਸ ਸਾਡੇ ਸਾਹਮਣੇ ਨਿਕਲ ਕੇ ਆ ਰਹੀ ਹੈ, ਉਹ ਮੇਰੇ ਤੇ ਵੀ ਡਿਪੈਂਡ ਕਰੇਗਾ, ਔਰ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਸਮਝਾਉਣ ਦਾ ਤਰੀਕਾ ਉਹ ਤੇ ਹੈ ਹੀ ਹੈ। ਜਿਵੇਂ ਜੀ ਛੋਟੀ ਜੀ ਗੱਲ ਹੈ, ਬੱਚਿਆਂ ਨੂੰ ਮਾਪਿਓ ਵੀ ਕਹਿੰਦੇ ਆ ਕਿ ਬਾਈ ਤੂੰ ਇਹ ਨਾ ਕਰ ਤੇਰੇ ਲੱਗ ਜਾਏਗੀ ਨਾ, ਦੇ ਆਰ ਅਲਰਟਿੰਗ, ਬਟ ਮਨਾ ਹੀ ਕਰ ਰਹੇ ਨਾ ਕਿ ਭਾਈ ਤੂੰ ਨਾ ਕਰ ਨਹੀਂ ਤਾਂ ਤੇਰੇ ਲੱਗੇਗੀ। ਮਤਲਬ ਮੈਂ ਇਸ ਤਰ੍ਹਾਂ ਸੋਚ ਰਿਹਾ ਸੀ। ਹਾਂਜੀ, ਉਹ ਅਲਟੀਮੇਟਲੀ ਹੁਕਮ ਦੇ ਅੰਡਰ ਕਿ ਸਾਡੀਆਂ ਕੀ ਪਾਵਰਸ ਦਿੱਤੀਆਂ ਪਰਮਾਤਮਾ ਨੇ, ਉੱਥੇ ਡਿਸਕਸ ਕਰਾਂਗੇ ਤੇ ਕਲੀਅਰ ਹੋਏਗਾ ਥੋੜਾ ਜਿਹਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਅੱਛਾ, ਇਟਸ ਅ ਬਿਊਟੀਫੁਲ ਡਿਸਕਸ਼ਨ। ਇੱਕ ਸੁਜੈਸ਼ਨ ਸੀ, ਜਿਸ ਤਰ੍ਹਾਂ ਹੁਣ ਕੁਐਸਚਨ ਉੱਠਿਆ ਸੀ ਕਿ ਬਈ ਕੀ ਚੀਜ਼ ਸਾਨੂੰ ਕਰਨੀ ਚਾਹੀਦੀ, ਕੀ ਮਨਾ ਹੈ ਕਿ ਨਹੀਂ ਮਨਾ ਹੈ, ਪਲੱਸ ਜੋ ਨਿਊ ਜਨਰੇਸ਼ਨ ਦੀ ਅਸੀਂ ਗੱਲ ਕਰ ਰਹੇ ਸੀ, ਕੋਈ ਇਹੋ ਜਿਹਾ ਮੋਡਿਊਲ ਜਾਂ ਕੁਛ ਟੌਪਿਕ ਡਿਸਕਸ ਕੀਤਾ ਜਾਵੇ ਕਿ ਕੀ ਮਿਥਸ ਹੈਗੀ ਸਾਡੀ ਸਿੱਖੀਜ਼ਮ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕੀ ਚੀਜ਼ਾਂ ਨੂੰ ਅਸੀਂ ਕਿਸ ਤਰ੍ਹਾਂ ਇੰਟਰਪ੍ਰੇਟ ਕਰਦੇ ਨੇ, ਕੀ ਮਿਥਸ ਹੈ। ਫੋਰ ਐਗਜ਼ਾਮਪਲ ਐਲਕੋਹਲ ਲੈਣਾ ਜਾਂ ਨੌਨ ਵੈਜ ਲੈਣਾ, ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਅੱਜ ਕੱਲ੍ਹ ਦੀ ਜਨਰੇਸ਼ਨ ਦੇਰ ਟੂ ਮੈਨੀ ਵਾਈਜ਼ ਕਿਉਂ ਹੈ, ਇਸ ਤਰ੍ਹਾਂ ਕੀ ਹੋ ਗਿਆ ਕਰ ਲਈਏ। ਤਾਂ ਆਈ ਥਿੰਕ ਅਗਰ ਇੱਕ ਇਹੋ ਜਿਹੀ ਕੋਈ ਹੈਲਦੀ ਡਿਸਕਸ਼ਨ ਹੋਵੇ ਜਿਹਦੇ ਨਾਲ ਸਾਨੂੰ ਜਿਹੜੀ ਮਿਥਸ ਹੈਗੀ ਹੈ ਸਾਡੇ, ਉਹ ਅਗਰ ਕਲੀਅਰ ਹੋਵੇ ਕੁਝ ਸਾਡੇ ਐਸ ਪਰ ਗੁਰੂ ਗ੍ਰੰਥ ਸਾਹਿਬ ਜੀ, ਤੇ ਇਟ ਵਿਲ ਬੀ ਰੀਅਲੀ ਵੈਰੀ। ਮੋਡਿਊਲ 11-12 ਵਿੱਚ ਸਾਰੇ ਕੁਐਸਚਨ ਲਏ ਹੋਏ ਨੇ। ਅੱਛਾ ਜੀ, ਚਲੋ ਇਹ ਬਹੁਤ ਅੱਛਾ, ਮੈਂ ਐਕਸਪੈਕਟ ਕਰ ਰਿਹਾ ਸੀ। ਬਿਲਕੁਲ ਭੁੱਲ ਗਿਆ ਸੀ, ਉਹ ਕੁਐਸਚਨ ਵੀ ਲੈ ਲਿਆ ਜੇ ਆਮ ਤੌਰ ਤੇ ਕਦੀ ਵੀ ਨਹੀਂ ਕੋਈ ਉਠਾਉਂਦਾ ਸੀ। ਚਲੋ ਹਰਮੰਦਰ ਸਾਹਿਬ ਨਾਣ ਦੇ ਵੀ ਲੈ ਲਏ, ਸਭ ਲੈ ਲਿਆ ਸੀ ਕਿ ਦੇਖੀ ਜਾਏਗੀ ਜੋ ਹੋਏਗਾ। ਅੱਛਾ, ਵਾਰ ਤਾਂ ਕਿਸੇ ਨੂੰ ਡਿਸਕਸ ਕਰਨਾ ਹੀ ਪੈਣਗੇ ਨਾ। ਮੈਂ ਸੋਚ ਹੀ ਰਿਹਾ ਸੀ, ਮੈਂ ਕਿਹਾ ਇੱਕ ਮੋਡਿਊਲ ਅਗਰ ਹੋ ਜਾਵੇ ਤੇ ਚਲੋ ਅੱਛੀ ਗੱਲ ਹੈ ਜੀ। ਆਲਰੇਡੀ ਕਵਰਡ ਹੈ ਐਕਚੁਅਲੀ। ਬੱਚਿਆਂ ਨੇ ਸਾਡੇ ਕੋਲੋਂ ਜਿਹੜੇ ਕੁਐਸਚਨ ਪੁੱਛੇ ਸੀ ਉਹ ਪਤਾ ਨਹੀਂ ਐਗਜ਼ੈਕਟ ਨੰਬਰ ਮੈਨੂੰ ਨਹੀਂ ਯਾਦ, ਅਸੀਂ ਸ਼ੁਰੂ ਤੇ 100 ਤੋਂ ਕੀਤਾ ਸੀ, ਉਹ 150, 200, 250 ਕੁਐਸਚਨ ਹੋ ਗਏ ਸੀ, ਤੇ ਉਹਨਾਂ ਨੂੰ ਫਿਰ ਅਸੀਂ ਦੁਬਾਰਾ ਸਾਹਮਣੇ ਰੱਖ ਕੇ ਉਹਨਾਂ ਦੇ ਚੈਪਟਰਸ ਬਣਾਏ। ਉਹ ਫਿਰ ਚੈਪਟਰ ਵਾਈਜ਼ ਅਸੀਂ ਕਿਹਾ, ਫਿਰ ਹੋਰ ਡੀਪ ਸਟੱਡੀ ਕਰਨਾ ਪਿਆ ਕਿ ਅੱਜ ਦੇ ਮਾਡਰਨ ਵਿਊਜ਼ ਕੀ ਹੈ, ਉਹਨਾਂ ਨੂੰ ਸਾਹਮਣੇ ਰੱਖ ਕੇ ਫਿਰ ਦੇਖਣਾ ਪਏਗਾ ਕਿ ਗੁਰਬਾਣੀ ਕਿਸ ਤਰ੍ਹਾਂ ਕੀ ਕਹਿ ਰਹੀ ਹੈ, ਤਾਂ ਕਿ ਬੱਚਿਆਂ ਨੂੰ ਜਲਦੀ ਸਮਝ ਆ ਸਕੇ। ਬਿਲਕੁਲ ਇੱਕ ਆਪਣਾ ਲੈਵਲ ਆ ਚੁੱਕਿਆ ਅੱਜ ਕੱਲ੍ਹ ਬੱਚਿਆਂ ਦਾ। ਹਾਂਜੀ, ਸਾਨੂੰ ਬਹੁਤ ਜ਼ਰੂਰੀ ਹੈ ਕਿ ਸਾਨੂੰ ਨੌਲੇਜ ਹੋਵੇ। ਇਸ ਕਰਕੇ ਅੱਛਾ ਹੈ ਕਿ ਅਸੀਂ ਵੀ ਨਾਲ ਜੋ ਜ਼ਮਾਨੇ ਨਾਲ ਚੱਲੀਏ, ਦੇਖੀਏ, ਔਰ ਫਿਰ ਦੇਖੀਏ ਕਿ ਇਹ ਗੱਲਾਂ ਤੇ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਹੀ ਕਹਿਤੀਆਂ ਸਨ। ਹਾਂਜੀ, ਉਹੀ ਇੰਟਰਪ੍ਰੀਟੇਸ਼ਨ ਦੀ ਗੱਲ ਹੈ। ਅੱਛਾ ਪ੍ਰੀਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਜਿਹੜੀ ਡਿਸਕਸ਼ਨ ਹੋਈ ਉੱਥੇ ਇੱਕ ਲਾਈਨ ਆਈ ਸੀ ਜਿਹੜੀ ਕਿ ਬਹੁਤ ਹੀ ਜ਼ਰੂਰੀ ਸੀ ਕਿ ਉਸ ਚੀਜ਼ ਦਾ ਧਿਆਨ ਨਹੀਂ ਰੱਖਿਆ ਜਿਹੜਾ ਇਹ ਚੀਜ਼ ਨਾਲ ਜਾਣੀ ਸੀ। ਇਹਦੇ ਉੱਤੇ ਅਸੀਂ ਦੇਖਿਆ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੀ ਧਰਮ ਨਹੀਂ, ਦੂਜੇ ਧਰਮਾਂ ਤੋਂ ਵੀ ਇਹੋ ਹੀ ਸੁਣਦੇ ਆ ਰਹੇ, ਨਾ ਕੁਛ ਲੈ ਕੇ ਆਣਾ ਹੈ ਨਾ ਕੁਛ ਲੈ ਕੇ ਜਾਣਾ ਹੈ। ਈਡੀਐਮਸ ਅੰਗਰੇਜ਼ੀ ਦੀ ਸੁਣ ਲਈ ਆ, ਦੇਰ ਆਰ ਨੋ ਪਾਕਟਸ ਇਨ ਦਾ ਕਾਫੀ, ਐਵਰੀਥਿੰਗ ਵੀ ਹੈਵ ਹਰਡ। ਇਹ ਜਿਹੜਾ ਕਨਸੈਪਟ ਹੈਗਾ, ਇਹਦੇ ਕਰਕੇ ਕੀ ਹੋਇਆ ਹੈਗਾ ਕਿ ਅਸੀਂ ਇੱਕ ਕਿਸਮ ਦੀ ਕਿਉਂਕਿ ਜਿਹੜੀ ਨਿਊ ਜਨਰੇਸ਼ਨ ਇਸ ਟਾਈਮ ਆ ਰਹੀ ਹੈ वो ये कहती जब लेके कुछ नहीं जाना, जब लेके कुछ नहीं आया तो क्या फर्क पड़ता है यहाँ क्या करते हैं, ਇਹੋ ਜਿਹੇ ਸਵਾਲ ਉੱਠਦੇ ਨੇ। ਤਾਂ ਇੱਕ ਚੀਜ਼ ਜਿਹੜੀ ਕਨਸੈਪਟ ਮੈਨੂੰ ਬੜੀ ਦਾੜੀ ਚਿੱਟੀ ਹੋਣ ਤੋਂ ਬਾਅਦ ਪਹਿਲੀ ਵਾਰੀ ਥੋੜੀ ਬਹੁਤ ਸਮਝ ਆਈ ਕਿ there are many things we bring and there are many things we'll take। ਹੁਣ ਉਹ ਲਿਸਟ ਬੜੀ ਲੰਬੀ ਹੋ ਜਾਏਗੀ, ਅਸੀਂ ਕੀ ਲੈ ਕੇ ਆਨੇ, ਉਹਦੇ ਚੋਂ ਇੱਕ ਐਗਜ਼ਾਮਪਲ ਦਾਂਗਾ ਕਿ ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਆਨੇ। ਜਦੋਂ ਅਸੀਂ ਇੱਥੇ ਪਹੁੰਚੇ ਸਵਾਸਾਂ ਦੀ ਪੂੰਜੀ ਦੇ ਨਾਲ, ਇਟ ਵਾਜ਼ ਅ ਕਰੰਸੀ। ਦ ਕਰੰਸੀ ਨੂੰ ਅਸੀਂ ਖਰਚਾ ਕਰਨਾ ਸੀ। 3 ਦੁਕਾਨਾਂ ਸਾਨੂੰ ਦਿੱਤੀਆਂ ਗਈਆਂ ਸੀ, ਸਤੋਗੁਣ, ਤਮੋਗੁਣ ਤੇ ਰਜੋਗੁਣ ਦੀ। ਹਰ ਦੁਕਾਨ ਤੋਂ ਕਿਧਰੋਂ ਦੀ ਵੀ ਸੌਦਾ ਖਰੀਦ ਕੇ ਤੇ ਆਪਣੀ ਕਮਾਈ ਕਰਕੇ ਲੈ ਕੇ ਜਾਣੀ ਸੀ ਵਾਪਸ।
ਜਿਹਨੂੰ ਕਰਮਾਂ ਦੇ ਰੂਪ ਚ। ਤੇ ਜਦੋਂ ਉਹਦੇ ਵਿੱਚ ਵੀ ਖਾਸੀਅਤ ਇਹ ਹੈ ਕਿ ਸਤੋਗੁਣ ਦੀ ਦੁਕਾਨ ਤੋਂ ਤੇ ਅਸੀਂ ਕਰਨੀ ਕਹਿ ਤੇ ਅਸੀਂ ਦਿੱਤਾ, ਪਰ ਜਿੰਨੇ ਸਤੋਗੁਣ ਦੇ ਬਾਹਰ ਇਹਨੇ 5 ਚੋਰ ਜਿਹੜੇ ਹੈਗੇ ਆ ਉਹ ਸਤੋਗੁਣ ਦੀ ਦੁਕਾਨ ਦੇ ਬਾਹਰ ਹੀ ਬੈਠੇ ਹੁੰਦੇ। ਤੁਸੀਂ ਅੰਦਰ ਜਾ ਕੇ ਆਪਣੀ ਸਵਾਸਥ ਦੀ ਕਮਾਈ ਦੇ ਨਾਲ ਕੁਝ ਖਰੀਦ ਕੇ ਤੇ ਲਿਆਓ, ਬਾਹਰ ਹੀ ਲੁੱਟ ਲੈਣਗੇ ਤੁਹਾਨੂੰ। ਤੇ ਬਾਕੀ ਦੋਨੋਂ ਦੁਕਾਨਾਂ ਤੇ ਕੋਈ ਨਹੀਂ ਕੁਛ ਹੈਗਾ, ਜੋ ਮਰਜ਼ੀ ਕਰੀ ਜਾਓ, ਕਿਉਂਕਿ ਉਹ ਉਹਨਾਂ ਨਾਲ ਅਲਾਈਨਡ ਹੈਗੀਆਂ 5 ਚੋਰਾਂ ਦੇ ਨਾਲ। ਇਹ ਅਲਾਈਨ ਨਹੀਂ ਹੈ, ਇਸ ਲਈ ਉਹ ਤੁਹਾਡੇ ਕੋਲੋਂ ਚੁਰਾ ਲੈਂਦੇ। ਇਹ ਜਿਹੜਾ ਕਨਸੈਪਟ ਹੈ ਬੱਚਿਆਂ ਨੂੰ ਇੰਨਾ ਕਲੀਅਰ ਹੋਣਾ ਚਾਹੀਦਾ ਹੈ ਸ਼ੁਰੂ ਤੋਂ ਹੀ, ਖਾਸ ਕਰ ਯੰਗ ਏਜ ਤੇ ਆ ਕੇ ਐਡੋਲੈਸੈਂਟ ਤੇ, ਕਿ it is not that we have got something, we came with something which we are wasting and it has to be utilized somehow। ਐਂਡ ਉੱਥੇ ਫਿਰ ਬੜੀ ਲੰਬੀ ਡਿਸਕਸ਼ਨ ਹੈ ਕਿ ਉਹ ਚੋਰਾਂ ਤੋਂ ਬਚਾਉਣਾ ਕਿੱਦਾਂ ਹੈਗਾ ਸਤੋਗੁਣ ਦੀ ਦੁਕਾਨ ਤੋਂ ਚੀਜ਼ ਲੈ ਕੇ, ਤੇ ਉਸ ਤੋਂ ਬਾਅਦ ਜਿਹੜੇ ਕਰਮ ਨਾਲ ਜਾਣੇ ਨੇ ਉਹਨਾਂ ਦਾ ਕੀ ਹੋਏਗਾ। ਸੋ ਦਿਸ all discussion today what I find that it was so very well, ਕਿਉਂਕਿ ਮੈਸਲੋਜ਼ ਹਾਇਰਾਰਕੀ ਤੇ ਬਹੁਤ ਵਾਰੀ ਅਸੀਂ ਪੜ੍ਹੀ ਹੈ, but it was so very well correlated with Gurbani that it just, and everything looked very aligned today, that ਇੱਕ ਸੇਧ ਮਿਲ ਗਈ ਕਿ ਕਿਹੜੀ ਡਾਇਰੈਕਸ਼ਨ ਚ ਈਵਨ ਸਾਨੂੰ ਵੀ ਕਿਹੜੀ ਡਾਇਰੈਕਸ਼ਨ ਜਾਣਾ। ਬੱਚਿਆਂ ਦੀ ਕੀ ਗੱਲ ਕਰੀਏ, ਸਾਨੂੰ ਆਪਣੀ ਡਾਇਰੈਕਸ਼ਨ ਨਹੀਂ ਪਤਾ ਸੀ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਕਿ ਖਾਲੀ ਹੱਥ ਗਏ ਖਾਲੀ ਨਹੀਂ ਗਏ, ਤਾਂ ਇੱਕ ਡਾਇਰੈਕਸ਼ਨ ਇਹ ਵੀ ਮਿਲ ਜਾਂਦੀ ਕਿ there is a purpose that we have come with something and we had to take something। ਸੋ ਉਹ ਜਿਹੜਾ ਪਰਪਸ ਹੈਗਾ ਹੈ ਉਹ ਵੀ ਕਲੀਅਰ ਹੋ ਜਾਂਦਾ, ਸੋ ਦੈਟ ਵੀ ਨੋ ਕਿ ਇੱਥੇ ਖਾਲੀ ਬੈਂਡ ਨਹੀਂ ਆਏ ਜਾਂ ਆਈਡੀਅਲ ਅਵੇ ਕਰਨ ਨਹੀਂ ਆਏ, ਜਾਂ ਇਸ ਕਰਕੇ ਨਹੀਂ ਲਾਈਫ ਮਿਲੀ ਸੀ ਕਿ ਆ ਕੇ ਆਪਣਾ ਸਮਾਂ ਕਿਸੇ ਤਰੀਕੇ ਨਾਲ ਵੀ ਗੁਜ਼ਾਰ ਲਈਏ। तो ਜਿਹੜਾ ਵਰਡ ਅੱਜਕੱਲ ਯੰਗ ਜਨਰੇਸ਼ਨ ਕਹਿ ਰਹੀ ਨਾ ਬੋਰ ਹੋ ਗਿਆ ਐਂਟਰਟੇਨਮੈਂਟ चाहिए, ਜਦੋਂ ਪਰਪਸ ਪਤਾ ਲੱਗੇਗਾ ਤੇ ਪਤਾ ਲੱਗੇਗਾ ਟਾਈਮ ਹੀ ਨਾ ਥੋੜਾ ਕਿ ਬੋਰ ਹੁੰਦਾ ਟਾਈਮ ਕਿਹਨੂੰ ਮਿਲਿਆ। Somebody says I am getting bored, that means he is not aligned with the purpose of life. So this should be very clear to the at least those people who are above 15 years of age, because ਉਹ ਫਿਰ ਵਾਈਸਿਸ ਤੇ ਤਾਂ ਹੀ ਸ਼ੁਰੂ ਹੁੰਦੀ ਹੈ ਨਾ ਜਦੋਂ ਬੋਰ ਟਾਈਮ ਹੁੰਦਾ, ਬੋਰ ਹੋ ਰਹੇ ਹੈ ਤਾਂ ਉਦੋਂ ਟਾਈਮ ਨਿਕਲਦਾ ਹੈ ਜਦੋਂ ਹੋਰ ਚੀਜ਼ਾਂ 'ਚ ਪਈਏ ਸਾਨੂੰ एंटरटेनमेंट चाहिए क्योंकि बोर हो रहे हैं, जब क्योंकि पर्पस नहीं पता। तो आज की जो डिस्कशन है आई रियली लाइक्ड इट वेरी मच एंड इट इज सो गुड दैट ऑल द यंगस्टर्स शुड लिसन टू इट एंड ऑल द एडल्ट्स शुड लिसन टू अलाइन देयर पाथ। ते ਤੁਹਾਡਾ बहुत धन्यवाद, सिर्फ ਤੁਹਾਡਾ धन्यवाद देने वास्ते ही मैं एक गल कर दी। वही जिस तरह चरणजीत वीर जी कह रहे थे जो गुरु ने कराना सी करा लिया जी, मैंने तो आप भी नहीं समझ की किस तरह हो गया है। सच कह रहे हैं, बिल्कुल कोई समझ नहीं कि किस तरह बनते चले गए मॉड्यूल और किस तरह सब हो गया, पता नहीं इस तरह लग रहा सी गुरु ने कराना ते करा ही लिया। मैं एक और सवाल पूछना सी, ਜਦੋਂ ਇਹਦੀ ਥਿੰਕਿੰਗ ਕਰਦੇ ਆ ਉਹਦੀ ਇੱਕ ਟੀਮ ਤੁਹਾਡੇ ਕੋਲ ਹੈਗੀ ਆ ਜਾਂ ਤੁਸੀਂ ਆਪੇ ਕਰਦੇ ਹੋ ਜਾਂ ਫਿਰ ਕਿਸ ਤਰ੍ਹਾਂ ਕਰਦੇ ਹੋ ਥਿੰਕਿੰਗ ਪ੍ਰੋਸੈਸ ਕਿ ਕਨਸੈਪਟ ਇਸ ਤਰ੍ਹਾਂ ਬਣਾਉਣਾ ਹੈ ਇਹਦੇ ਲਈ? ਵੀਰ ਜੀ ਮੈਂ ਥੋੜੀ ਜਿਹੀ ਬੈਕਗ੍ਰਾਉਂਡ ਇਸ ਤਰ੍ਹਾਂ ਕਿ ਆਈ ਹੈਡ ਬੀਨ ਕੰਡਕਟਿੰਗ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮਸ ਤੇ ਉਹਦੇ ਵਿਚਕਾਰ ਅਸੀਂ ਕਈ ਤਰ੍ਹਾਂ ਦੇ ਮਾਡਲਸ ਵੈਸੇ ਪਹਿਲਾਂ ਹੀ ਡਿਸਕਸ ਕੀਤੇ ਹੋਏ ਹੁੰਦੇ ਆ। ਤੇ ਟਾਈਮ ਆਇਆ ਜਦੋਂ ਇਹ ਲੱਗਿਆ ਕਿ ਇਹ ਮਾਡਲਸ ਜਿਹੜੇ ਨੇ ਨਾ ਗੁਰੂ ਸਾਹਿਬ ਦੀ ਜੋ ਸਿੱਖਿਆ ਉਸ ਤੋਂ ਬੜੇ ਛੋਟੇ ਪੈ ਰਹੇ ਨੇ, ਮਤਲਬ ਗੁਰੂ ਸਾਹਿਬ ਬਹੁਤ ਅੱਗੇ ਦੀ ਸੋਚ ਲੈ ਕੇ ਚੱਲਦੇ ਨੇ। ਤੋ ਬਾਈ ਚਾਂਸ ਮੈਂ ਕਹਾਂਗਾ ਫੋਰਚੂਨੇਟਲੀ ਕਿਉਂਕਿ ਮੈਂ ਲੀਡਰਸ਼ਿਪ ਟ੍ਰੇਨਿੰਗਸ ਕਰ ਹੀ ਰਿਹਾ ਸੀ ਤੇ ਇਹ ਸਾਰੇ ਕਨਸੈਪਟਸ ਜਿਹੜੇ ਨੇ ਟੂ ਅ ਲਾਰਜ ਐਕਸਟੈਂਟ ਕੁਝ ਤੇ ਪੜ੍ਹਨੇ ਵੀ ਪਏ ਕਿਉਂਕਿ ਕੋਈ ਨਵੀਆਂ ਚੀਜ਼ਾਂ ਸਾਹਮਣੇ ਆਣਗੀਆਂ ਤੇ ਫਿਰ ਸਟੱਡੀ ਕਰ ਲਿਆ। बट 60-70% तो ऑलरेडी इन यूज सन, बट वो कितने मैनेजमेंट ट्रेनिंग्स होंदियां सी उहदे च मैं यूज कर रहा सी। फिर मैनू लग्या कि ये ते लाइफ दे कॉन्सैप्ट्स ने, इन्हां नू ते देखिए गुरु साहब की कहंदे ने। फिर लग्या कि गुरु साहब जो कह रहे ने उहदे सामने कॉन्सैप्ट बड़े छोटे और फिक्के होंदे जा रहे हैं। गुरु साहब दी सोच बहुत ही अगे जा रही है और वो भी 500 साल पहला। मतलब असीं जिहड़ा पहला मॉड्यूल लिया है जिहड़ा साइंस और उहदा उहदे च भी देख लो हमेशा अगे ही चल रहे ने उत्ते। मतलब गुरु साहब की कुछ कह चुके ने, कोई किस तरह मैं सोच भी नहीं सकता कि उन्होंने दिनों कोई ये भी सोचेगा कि एक टाइम ते धरती नहीं सी, वो तो कहते यूनीवर्स भी नहीं सी एक टाइम ते, और किस तरह एक्सप्लेन कर रहे ने किस तरह यूनीवर्स बनया। ये पता नहीं ये तो हुण उन्होंने ये अवस्था ते वही समझ सकते हैं कि उन्होंने गल्लां किस तरह कर दित्तियां, पर असीं उन्हां गल्लां नूं कैच करन नूं तैयार नहीं आ। असीं अपने ही सोची जांदे हां कि उन्होंने की पता जी वो तो 500 साल पहला होए, अज ते जमाना बदल गया ये वो। ਬੱਚਿਆਂ ਨੂੰ ਸੁਣੋ ਕਈ ਵਾਰ ਬੜੀ ਹੈਰਾਨਗੀ ਹੁੰਦੀ ਹੈ। ਜਦੋਂ ਅਸੀਂ ਗੱਲ ਕਰਦੇ ਸੀ ਸੈਸ਼ਨ ਦੇ ਟਾਈਮ ਤੇ ਕਹਿੰਦੇ ਸੀ ਅਸੀਂ ਅਜੇ ਤੱਕ ਤੇ ਬੜਾ ਉਹਨਾਂ ਨੂੰ ਲਾਈਟਲੀ ਲੈ ਰਹੇ ਸੀ ਗੁਰੂ ਸਾਹਿਬ ਨੂੰ, ਹੁਣ ਲੱਗਦਾ ਸੀਰੀਅਸਲੀ ਲੈਣਾ ਪਏਗਾ। ਤੇ ਇਹ ਫਰਕ ਤੇ ਪੈਂਦਾ ਜਦੋਂ ਇੱਕ ਵਾਰ ਸਮਝੀਏ ਗੁਰੂ ਸਾਹਿਬ ਦਾ ਰਸਤਾ ਸਮਝੀਏ ਤੇ
काफी फर्क है। थैंक यू वेरी मच। वाहिगुरू जी का खालसा, वाहिगुरू जी की फतेह। कोई होर क्वेश्चन है नहीं तो फिर आई थिंक टाइम बहुत हो गया, सब इंतजार ਚ ਹੋਣੇ ਨੇ ਘਰ ਦੇ ਕੰਮਾਂ ਦੀ। ਸਾਡੇ ਕੋਲ ਕੰਮਾਂ ਦੀ ਲਿਸਟ ਦੱਸਿਆ ਨਾ, ਬਹੁਤ ਅਸੀਂ ਬਿਜ਼ੀ ਆ ਸਾਰੇ। तो जिस तरह डॉक्टर जयदीप जी कह रहे हैं कि भाई आज समझ आई कि भाई काम है केड़ा है जी, जरा आज जरा तुसी चानन पाया है। वाकई मैं कहूँगा कि मेरे को भी शब्द नहीं है कि मैं कुछ ऐसा बयान कर पावा कि इतना सूझबूझ तरीके दे नाल तुसी सानू जो आज एक क्लैरिटी की ना what is the purpose of life, मतलब वाकई ये पैरामिड जिला तुसी बना के ट्रायंगल दिखाया ਉਹਦੇ ਵਿੱਚ मतलब काफी बारी सानू थोड़ा लेक्चर उनका लाएगा तो देखना पड़ेगा ताकि अच्छी उस प्रोसेस आ सकिए। बहुत बहुत ही धन्यवाद। वाहिगुरू जी का खालसा, वाहिगुरू जी की फतेह। सोने सत श्री अकाल।